ਅਸੀਂ ਹੁਣ ਤੱਕ ਹਾਰੇ ਕਿਉਂ ਹੈ? ਕਿਉਂਕਿ ਅਸੀਂ ਇੱਕ ਪਹਿਲਾਂ ਚੁਣੇ ਹੋਏ ਬੰਦੇ ਨੂੰ ਚੁਣਦੇ ਹਾਂ, ਜਿਹਨੂੰ ਕੋਈ ਇੱਕ ਚੁਣਦਾ ਹੈ। ਮਿਸਾਲ ਦੇ ਤੌਰ ਤੇ ਉਹਨੂੰ ਬਾਦਲ ਚੁਣ ਰਿਹਾ, ਉਹਨੂੰ ਕੈਪਟਨ ਚੁਣਦਾ, ਉਹਨੂੰ ਕੇਜਰੀਵਾਲ ਚੁਣਦਾ, ਉਹਨੂੰ ਰਾਹੁਲ ਚੁਣਦਾ ਜਾਂ ਮੋਦੀ ਚੁਣਦਾ। ਸੋ ਆਪੋ ਆਪਣੀ ਛਤਰੀ ਤੋਂ ਹਰੇਕ ਪਾਰਟੀ ਇੱਕ ਇੱਕ ਬੰਦਾ ਉਡਾਉਂਦੀ ਹੈ। ਹੁਣ ਸਵਾਲ ਇਹ ਹੈ ਕਿ ਜਿਵੇਂ ਕਬੂਤਰ ਦਾ ਇੱਕ ਨਿਯਮ ਹੁੰਦਾ ਵੀ ਉਹ ਜਿਹੜੀ ਛਤਰੀ ਤੋਂ ਉੱਡਦਾ ਉਸੇ ਤੇ ਜਾ ਕੇ ਬੈਠ ਜਾਂਦਾ ਹੈ, ਤਾਂ ਸਾਡੇ ਨਾਲ ਹੁਣ ਤੱਕ 47 ਤੋਂ ਲੈ ਕੇ ਇਹੋ ਹੀ ਹੁੰਦਾ ਆਇਆ। ਪਹਿਲਾਂ ਅਬਾਨੀ ਅਡਾਨੀ ਡਿਸਾਈਡ ਕਰਦੇ ਆ ਕਿ ਅਸੀਂ ਸਰਕਾਰ ਕਿਹਦੀ ਬਣਾਉਣੀ ਹੈ, ਔਰ ਉਸ ਤੋਂ ਬਾਅਦ ਉਹਦੇ ਤੇ ਇਨਵੈਸਟਮੈਂਟ ਕਰਦੇ ਆ। ਜਿਨ੍ਹਾਂ ਲੋਕਾਂ ਨੇ ਲੋਕਾਂ ਦੀਆਂ ਨਜਾਇਜ਼ ਕਬਜ਼ੇ ਕਰਨੇ ਆ ਜ਼ਮੀਨਾਂ ਤੇ ਉਹ ਪੈਸਾ ਦਿੰਦੇ ਆ, ਜਾਂ ਤਹਿਸੀਲਾਂ 'ਚ ਜਾਂ ਥਾਣਿਆਂ 'ਚ ਮਤਲਬ ਜਿਹੜਾ SHO ਲੱਗ ਕੇ, ਕਿਸੇ ਨੇ ਡਿਪਟੀ ਲੱਗ ਕੇ ਮਤਲਬ ਲੋਕਾਂ ਦੀ ਚਮੜੀ ਉਧੇੜਨੀ ਹੈ, ਉਹ ਲੋਕ ਪੈਸਾ ਲਾਉਂਦੇ ਆ ਉਸ ਉਮੀਦਵਾਰ ਤੇ। ਹੁਣ ਲੋਕ ਅਧਿਕਾਰ ਸਭਾ ਜਿਹੜੀ ਹੈ ਇਹ ਇੱਕ ਫੰਡਾਮੈਂਟਲ ਹੈ, ਇੱਕ ਨੀਂਹ ਹੈ ਲੋਕ ਅਧਿਕਾਰ ਲਹਿਰ ਦੀ, ਕਿਉਂਕਿ ਅਸੀਂ ਲੋਕਾਂ 'ਚ ਜਾਗਰੂਕਤਾ ਪੈਦਾ ਕਰਨੀ ਹੈ। ਪਹਿਲੀ ਗੱਲ, ਅੱਜ ਤੱਕ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਮਾਲਕ ਹਾਂ, ਇਹ ਸਰਕਾਰਾਂ ਸਾਡੀਆਂ ਨੌਕਰ ਨੇ। ਜਿਵੇਂ ਬਾਈ ਜੀ ਗੱਲ ਕਰਦੇ ਹੁੰਦਾ ਵੀ ਜਿਹੜਾ ਬੰਦਾ ਲੋਕਾਂ ਦੇ ਵਿੱਚ ਖੜ ਕੇ ਗਲਤ ਮਾਕੇ ਕੀ ਅਗਵਾਈ ਕਰਦਾ ਉਹ ਆਪ ਵੀ ਠੱਗਿਆ ਜਾਂਦਾ ਤੇ ਲੋਕਾਂ ਨੂੰ ਵੀ ਠਗਾਉਂਦਾ। ਅਸੀਂ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਤੁਹਾਡੇ ਚੈਨਲ ਥਰੂ, ਕਿਉਂਕਿ ਪੁੱਤ ਉਹਨਾਂ ਦੇ ਵੀ ਬੇਰੁਜ਼ਗਾਰ ਫਿਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ 2022 ਦੇ ਵਿੱਚ ਚੋਣਾਂ ਹੋਣੀਆਂ ਨੇ, ਪਰ ਮਾਹੌਲ ਜਿਹੜਾ ਉਹ ਹੁਣੇ ਬਣਿਆ ਪਿਆ। ਉਹ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਵੱਖ-ਵੱਖ ਪਾਰਟੀਆਂ ਜਿਹੜੀਆਂ ਵੱਡੇ ਪੱਧਰ ਦੇ ਉੱਤੇ ਆਪਣਾ ਪ੍ਰਦਰਸ਼ਨ ਕਰ ਰਹੀਆਂ ਨੇ। ਅਕਾਲੀ ਦਲ ਟਿਕਟਾਂ ਵੰਡ ਰਿਹਾ, ਕਾਂਗਰਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਅਸੀਂ ਜਿਹੜੇ ਆਪਣੇ ਚੋਣ ਵਾਅਦੇ ਆ ਉਹ ਪੂਰੇ ਕਰ ਦਿੱਤੇ ਨੇ। ਆਮ ਆਦਮੀ ਪਾਰਟੀ ਨੇ ਬਾਘੇ ਪੁਰਾਣੇ ਅਰਵਿੰਦ ਕੇਜਰੀਵਾਲ ਨੂੰ ਬੁਲਾ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਡੰਕਾ ਵਜਾਇਆ ਕਿ ਅਸੀਂ ਜਿਹੜੀ ਅਗਲੀ ਸਰਕਾਰ ਬਣਾਵਾਂਗੇ। ਮਤਲਬ ਹਰ ਬੰਦਾ ਲੱਗਿਆ ਹੋਇਆ ਆਪੋ ਆਪਣੇ ਤਰੀਕੇ ਦੇ ਨਾਲ। 2022 ਦੇ ਵਿੱਚ ਵੋਟਾਂ ਪੈਣੀਆਂ ਨੇ, ਇਸ ਸਭ ਦੇ ਵਿਚਾਲੇ ਇੱਕ ਲਹਿਰ, ਲੋਕ ਅਧਿਕਾਰ ਲਹਿਰ ਉੱਠੀ ਹੈ। ਵੱਖ-ਵੱਖ ਪਿੰਡਾਂ 'ਚ ਜਾਂਦੇ ਨੇ, ਇਲਾਕਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਮੀਟਿੰਗਾਂ ਕਰਦੇ ਨੇ। ਕਹਿੰਦੇ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਆ ਕਿ ਤੁਸੀਂ ਨੇ ਆਪਣਾ ਉਮੀਦਵਾਰ ਖੁਦ ਚੁਣਨਾ। ਹੁਣ ਕੀ ਸਮਝੀਏ ਕਿ ਇਹ ਨਵਾਂ ਤਰੀਕਾ ਆ ਆਉਣ ਵਾਲੇ ਸਮੇਂ ਦੇ ਵਿੱਚ? ਕੀ ਇਹ ਲਹਿਰ ਵੀ ਜਿਹੜੀ ਆ ਚੋਣਾਂ ਲੜੂਗੀ? ਬਾਕੀ ਰਾਜਸੀ ਪਾਰਟੀਆਂ ਦੇ ਵਾਂਗ ਜਿਹੜੀ ਆ ਇਹ ਵੀ ਆਪਣੇ ਉਮੀਦਵਾਰ ਜਿਹੜੀ ਆ ਮੈਦਾਨ 'ਚ ਉਤਾਰੂਗੀ, ਜਾਂ ਫਿਰ ਇੱਕ ਵੱਡੀ ਤਾਕਤ ਬਣ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾਲ ਅਲਾਇੰਸ ਕਰ ਲੂਗੀ? ਇਹ ਸਵਾਲ ਜਿਹੜੇ ਨੇ ਸੁਭਾਵਿਕ ਤੌਰ ਤੇ ਪਹਿਲਾਂ ਹੀ ਖੜੇ ਹੋ ਜਾਂਦੇ ਨੇ, ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਿਹੜਾ ਸਿਨਾਰੀਓ ਬਣਦਾ ਆ ਉਹਦੇ 'ਚ ਇਹੀ ਕੁਛ ਹੁੰਦਾ ਰਿਹਾ। ਸੋ ਇਹ ਜਿਹੜੀ ਲੋਕ ਅਧਿਕਾਰ ਲਹਿਰ ਆ, ਇਸ ਦੇ ਮੈਂਬਰ ਜਿਹੜੇ ਨੇ, ਇਹ ਵੀ ਮੈਂ ਦੱਸ ਦਿਆਂ ਇੱਕ ਵੱਖਰੇ ਤੌਰ ਤੇ ਕਿ ਇਹ ਜਿਹੜੀ ਲਹਿਰ ਬਣੀ ਆ ਨਾ, ਇਹਦੇ ਵਿੱਚ ਇੱਕ ਖੂਬੀ ਇਸ ਵੇਲੇ ਇਹ ਆ ਕਿ ਇਹਦੇ ਵਿੱਚ ਕੋਈ ਪ੍ਰਧਾਨ ਨਹੀਂ ਚੁਣਿਆ। ਇਹਦੇ ਵਿੱਚ ਜਿਹੜਾ ਬੰਦਾ ਵੀ ਜੁੜਦਾ ਉਹ ਇਸ ਦਾ ਮੈਂਬਰ ਬਣ ਜਾਂਦਾ। ਅਸੀਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਚਿਹਰਾ, ਇੱਕ ਆਵਾਜ਼ ਜਿਹੜੀ ਆ ਉਹ ਬਹੁਤ ਸੁਣੀ ਆ, ਬਹੁਤ ਚਰਚਿਤ ਹੋਈ ਸੀ। ਸ਼ੰਭੂ ਮੋਰਚੇ ਦੇ ਵਿੱਚ ਜਾ ਕੇ ਵੀ ਉਹ ਬੋਲੇ ਸੀ, ਬਾਈ ਰੁਪਿੰਦਰ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ, ਜਾਣਾਂਗੇ। ਬਾਈ ਜੀ, ਬਾਈ ਬਲਵਿੰਦਰ ਨਾਲ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਇਹੀ ਹੈ ਵੀ ਲੋਕ ਅਧਿਕਾਰ ਲਹਿਰ ਤੁਸੀਂ ਨੇ ਸ਼ੁਰੂ ਕੀਤੀ ਹੈ, ਜੇ ਆਪਾਂ ਮੋਟੇ ਜਿਹੇ ਤੌਰ 'ਤੇ ਸਮਝੀਏ ਵੀ ਇਹ ਹੈ ਕੀ? ਲੋਕ ਅਧਿਕਾਰ ਲਹਿਰ ਅੱਜ ਸਮੇਂ ਦੀ ਲੋੜ ਹੈ, ਕਿਉਂਕਿ ਅਸੀਂ ਕੋਈ ਲੀਡਰ ਨਹੀਂ ਹਾਂ, ਨਾ ਸਾਡਾ ਕੋਈ ਪੋਲੀਟੀਕਲ ਬੈਕਗਰਾਊਂਡ ਹੈ, ਨਾ ਸਾਡਾ ਕੋਈ ਪੋਲੀਟਿਕਸ ਦੇ ਵਿੱਚ ਤਜਰਬਾ ਹੈ। ਅਸੀਂ ਹੁਣ ਤੱਕ ਦੇ ਸਾਰੇ ਪੋਲੀਟੀਸ਼ੀਅਨਾਂ ਤੋਂ ਅੱਕ ਕੇ ਇੱਕ ਨੁਮਾਇੰਦਾ ਚੁਣਨ ਦੀ ਜਿਹੜੀ ਪ੍ਰਕਿਰਿਆ ਹੈ ਉਹਨੂੰ ਸੂਬੇ ਦੇ ਵਿੱਚ ਅਪਣਾਉਣਾ ਚਾਹੁੰਦੇ ਹਾਂ, ਕਿਉਂਕਿ ਦੇਸ਼ ਆਜ਼ਾਦੀ ਵੇਲੇ ਜਿਹੜਾ ਸੰਘਰਸ਼ ਚੱਲਿਆ ਸੀ, 26 ਜਨਵਰੀ 1930 ਨੂੰ ਪੂਰਨ ਸਵਰਾਜ ਦਾ ਨਾਅਰਾ ਲੱਗਿਆ ਸੀ। ਸਵਰਾਜ ਦਾ ਮਤਲਬ ਹੈ ਲੋਕਾਂ ਦਾ ਰਾਜ, ਤੇ ਜਿਹੜਾ ਅੱਗੇ ਜਾ ਕੇ ਸੰਵਿਧਾਨ ਬਣਦਾ ਹੈ ਉਹ ਵੀ ਇਸ ਇਤਿਹਾਸਕ ਦਿਨ ਕਰਕੇ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਪਰ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਲੋਕਾਂ ਦੁਆਰਾ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਹੈ ਉਹ ਲੋਕਾਂ ਦੀ ਸੇਵਾ ਕਰੇ ਜਾਂ ਲੋਕਾਂ ਲਈ ਚੰਗੇ ਕਾਨੂੰਨ ਬਣਾਵੇ, ਉਹਨਾਂ ਦੀ ਤਕਦੀਰ ਲਈ ਸੋਚੇ, ਉਹਨਾਂ ਦੇ ਬੱਚਿਆਂ ਦੇ ਭਵਿੱਖ ਲਈ ਸੋਚੇ, ਇਸ ਸਾਰੇ ਕਾਸੇ ਦੇ ਲਈ ਇਹ ਜਿਹੜੀ ਆਜ਼ਾਦੀ ਲਈ ਸੀ। ਪਰ ਉਹ ਜਿਹੜੀ ਲੋਕ ਰਾਜੀ ਪ੍ਰਕਿਰਿਆ ਸੀ ਉਹ ਸ਼ੁਰੂ ਦੇ ਵਿੱਚ ਲੋਕਾਂ 'ਚ ਆਜ਼ਾਦੀ ਦਾ ਚਾਅ ਸੀ, ਤੇ ਜਿਹੜੇ ਸਾਡੇ ਨੇਤਾ ਸੀਗੇ ਉਹਨਾਂ ਦਾ ਵੀ ਕੁਝ ਥੋੜ੍ਹਾ ਬਹੁਤਾ ਇਖਲਾਕ ਸੀ। ਉਹ ਪ੍ਰਕਿਰਿਆ ਹੁਣ ਪੂਰੀ ਤਰ੍ਹਾਂ ਮਰ ਚੁੱਕੀ ਹੈ। ਤਾਂ ਉਸ ਮਰ ਚੁੱਕੀ ਪ੍ਰਕਿਰਿਆ ਨੂੰ ਜੀਵੰਤ ਕਰਨ ਲਈ, ਅਸਲੀ ਆਜ਼ਾਦੀ ਜਿਹੜੀ ਹੈਗੀ ਹੈ ਉਹ ਪਾਉਣ ਲਈ, ਕਿਉਂਕਿ ਹੁਣ ਤੱਕ ਆਜ਼ਾਦੀ ਇੱਕ ਧੋਖੇ ਦੇ ਰੂਪ 'ਚ ਸਾਨੂੰ ਮਿਲੀ ਹੈ। ਸੋ ਸਰਦਾਰ ਭਗਤ ਸਿੰਘ ਹੋਰਾਂ ਦੀ ਸਮਾਧ 'ਤੇ 23 ਤਰੀਕ ਨੂੰ ਸੰਪੂਰਨ ਲੋਕ ਰਾਜ, ਪੂਰਨ ਆਜ਼ਾਦੀ ਦਾ ਜਿਹੜਾ ਨਾਅਰਾ ਹੈਗਾ ਉਹ ਲੋਕ ਅਧਿਕਾਰ ਲਹਿਰ ਦੇ ਮੈਂਬਰਾਂ ਨੇ ਦਿੱਤਾ ਹੈ। ਔਰ ਉਹਦੇ ਵਿੱਚ ਮੋਟੇ ਜਿਹੇ ਤੌਰ 'ਤੇ ਜੇ ਗੱਲ ਨੂੰ ਸਮਝਣਾ ਹੋਵੇ ਤਾਂ ਸਾਡੀ ਜਿਹੜੀ, ਅਸੀਂ ਹੁਣ ਤੱਕ ਹਾਰੇ ਕਿਉਂ ਹੈ? ਕਿਉਂਕਿ ਅਸੀਂ ਇੱਕ ਪਹਿਲਾਂ ਚੁਣੇ ਹੋਏ ਬੰਦੇ ਨੂੰ ਚੁਣਦੇ ਹਾਂ, ਜਿਹਨੂੰ ਕੋਈ ਇੱਕ ਚੁਣਦਾ ਹੈ। ਮਿਸਾਲ ਦੇ ਤੌਰ ਤੇ ਉਹਨੂੰ ਬਾਦਲ ਚੁਣ ਰਿਹਾ,
ਉਹਨੂੰ ਕੈਪਟਨ ਚੁਣਦਾ, ਉਹਨੂੰ ਕੇਜਰੀਵਾਲ ਚੁਣਦਾ, ਉਹਨੂੰ ਰਾਹੁਲ ਚੁਣਦਾ ਜਾਂ ਮੋਦੀ ਚੁਣਦਾ। ਪਰ ਉਹਨੂੰ ਵੋਟ ਤਾਂ ਫਿਰ ਬਹੁ ਗਿਣਤੀ ਦੀ ਪੈਂਦੀ ਆ ਨਾ, ਉਹਨੂੰ ਚੁਣਿਆ ਤਾਂ ਫਿਰ ਐਮਐਲਏ ਦੇ ਤੌਰ ਤੇ ਤਾਂ ਫਿਰ ਹੀ ਚੁਣਿਆ ਜਾਂਦਾ ਨਾ। ਉਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਲੋਕਾਂ ਨੇ ਆਪਣਾ ਨੁਮਾਇੰਦਾ ਚੁਣਨਾ ਹੈ, ਹੁਣ ਉਹ ਲੀਡਰ ਚੁਣਦੇ ਆ। ਅਸਲ 'ਚ ਉਹ ਤੁਹਾਡੇ ਕੋਲੇ ਜਿਹੜੇ ਬੰਦੇ ਨੂੰ ਭੇਜਦੇ ਆ ਉਹਨੂੰ ਲੀਡਰ ਬਣਾ ਕੇ ਭੇਜਦੇ ਆ। ਸੋ ਆਪੋ ਆਪਣੀ ਛਤਰੀ ਤੋਂ ਹਰੇਕ ਪਾਰਟੀ ਇੱਕ ਇੱਕ ਬੰਦਾ ਉਡਾਉਂਦੀ ਹੈ। ਹੁਣ ਸਵਾਲ ਇਹ ਹੈ ਕਿ ਜਿਵੇਂ ਕਬੂਤਰ ਦਾ ਇੱਕ ਨਿਯਮ ਹੁੰਦਾ ਵੀ ਉਹ ਜਿਹੜੀ ਛਤਰੀ ਤੋਂ ਉੱਡਦਾ ਉਸੇ ਤੇ ਜਾ ਕੇ ਬੈਠ ਜਾਂਦਾ ਹੈ, ਤਾਂ ਸਾਡੇ ਨਾਲ ਹੁਣ ਤੱਕ 47 ਤੋਂ ਲੈ ਕੇ ਇਹੋ ਹੀ ਹੁੰਦਾ ਆਇਆ ਕਿ ਜਿਨ੍ਹਾਂ ਬੰਦਿਆਂ ਨੂੰ ਅਸੀਂ ਚੁਣਦੇ ਹਾਂ ਉਹਨਾਂ ਨੂੰ ਜਿਹਨੇ ਪਹਿਲਾਂ ਚੁਣਿਆ ਹੁੰਦਾ ਉਹ ਉਸੇ ਦਾ ਸੱਕਾ ਬਣ ਕੇ ਰਹਿ ਜਾਂਦਾ, ਉਹ ਲੋਕਾਂ ਦਾ ਸੱਕਾ ਨਹੀਂ ਬਣਦਾ। ਔਰ ਹੁਣ ਸਿਆਸਤ ਇੰਨੀ ਕੁ ਗੰਧਲੀ ਹੋ ਚੁੱਕੀ ਹੈ ਕਿ ਹੁਣ ਅਸੀਂ ਬੇਹੇ ਨੂੰ ਨਹੀਂ ਚੁਣਦੇ ਬਲਕਿ ਤਰੇਹੇ ਨੂੰ ਚੁਣਦੇ ਹਾਂ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਹਿਲਾਂ ਅਬਾਨੀ ਅਡਾਨੀ ਡਿਸਾਈਡ ਕਰਦੇ ਆ ਕਿ ਅਸੀਂ ਸਰਕਾਰ ਕਿਹਦੀ ਬਣਾਉਣੀ ਹੈ, ਠੀਕ ਆ, ਪਹਿਲਾਂ ਉਹ ਚੁਣਦੇ ਆ ਦੋ ਪਾਰਟੀਆਂ ਹੈਗੀਆਂ ਮੁੱਖ ਦੇਸ਼ ਦੀਆਂ, ਔਰ ਉਸ ਤੋਂ ਬਾਅਦ ਉਹ ਉਹਦੇ ਤੇ ਇਨਵੈਸਟਮੈਂਟ ਕਰਦੇ ਆ। ਉਦੋਂ ਬਾਅਦ ਫਿਰ ਉਹ ਜਿਹੜੀਆਂ ਟਿਕਟਾਂ ਮਿਲਦੀਆਂ ਨੇ ਉਹ ਦੋ ਤਰੀਕਿਆਂ ਨਾਲ ਮਿਲਦੀਆਂ। ਇੱਕ ਤਾਂ ਬੰਦਾ ਇਹ ਕਹਿੰਦਾ ਵੀ ਮੇਰੀ ਕੋਈ ਜ਼ਮੀਰ ਨਹੀਂ ਹੈ, ਤੁਹਾਡੇ ਕੋਲੇ ਮੈਂ ਗਹਿਣੇ ਪਾਤੀ ਆਪਦੇ ਆਗੂ ਨੂੰ ਕਹਿੰਦਾ 1 2 3 ਜਿਹੜਾ ਮਰਜ਼ੀ ਆਗੂ ਹੈ, ਜਾਂ ਫਿਰ ਉਹ ਪੈਸੇ ਦਿੰਦਾ ਟਿਕਟ ਖਰੀਦਦਾ। ਤਾਂ ਫਿਰ ਜਦੋਂ ਉਹ ਟਿਕਟ ਖਰੀਦ ਕੇ ਲੋਕਾਂ 'ਚ ਆਉਂਦਾ ਫਿਰ ਉਹਦੇ ਤੇ ਸੱਟਾ ਲੱਗਦਾ। ਜਿਨ੍ਹਾਂ ਲੋਕਾਂ ਨੇ ਕਣਕ ਝੋਨਾ ਬਿਹਾਰ ਯੂਪੀ 'ਚੋਂ ਲਿਆ ਕੇ ਵੇਚਣਾ ਉਹ ਪੈਸਾ ਦਿੰਦੇ ਆ, ਜਿਨ੍ਹਾਂ ਲੋਕਾਂ ਨੇ ਥਾਣਿਆਂ 'ਚ ਦਲਾਲੀ ਖਾਣੀ ਆ ਉਹ ਪੈਸਾ ਦਿੰਦੇ ਆ, ਜਿਨ੍ਹਾਂ ਲੋਕਾਂ ਨੇ ਲੋਕਾਂ ਦੀਆਂ ਨਜਾਇਜ਼ ਕਬਜ਼ੇ ਕਰਨੇ ਆ ਜ਼ਮੀਨਾਂ 'ਤੇ ਉਹ ਪੈਸਾ ਦਿੰਦੇ ਆ, ਜਾਂ ਤਹਿਸੀਲਾਂ 'ਚ ਜਾਂ ਥਾਣਿਆਂ 'ਚ ਮਤਲਬ ਜਿਹੜਾ SHO ਲੱਗ ਕੇ ਕਿਸੇ ਨੇ ਡਿਪਟੀ ਲੱਗ ਕੇ ਮਤਲਬ ਲੋਕਾਂ ਦੀ ਚਮੜੀ ਉਧੇੜਨੀ ਹੈ, ਉਹ ਲੋਕ ਪੈਸਾ ਲਾਉਂਦੇ ਆ ਉਸ ਉਮੀਦਵਾਰ 'ਤੇ ਕਿ ਜੇ ਸਾਡਾ ਬੰਦਾ ਚੁਣਿਆ ਜਾਊ ਤਾਂ ਫਿਰ ਅਸੀਂ ਖੁੱਲ੍ਹ ਖੇਡਾਂਗੇ। ਫਿਰ ਜਿਹੜਾ ਬੰਦਾ ਹੁਣ ਚੁਣਾਂਗੇ ਕੀ ਆਪਾਂ ਨੂੰ ਕੀ ਲੱਗਦਾ, ਕਿਉਂਕਿ ਆਪਾਂ ਜਦੋਂ ਆਮ ਤੌਰ ਤੇ ਪਿੰਡਾਂ 'ਚ ਵਿੱਚ ਦੇਖਦੇ ਹਾਂ ਉੱਥੇ ਆਮ ਬੰਦੇ ਚੋਣ ਲੜਦੇ ਨੇ ਸਰਪੰਚੀ ਦੀ, ਉੱਥੇ ਹੀ ਕਈ ਵਾਰੀ ਪਿੰਡ ਦੇ ਕੋਲ ਜੇ 4 ਸਿਆੜ ਵੱਧ ਨੇ, ਪਤਾ ਠੇਕਾ ਵੱਧ ਆਉਣਾ, ਉੱਥੇ 10-10 ਉਮੀਦਵਾਰ ਖੜ ਜਾਂਦੇ ਨੇ। ਹੁਣ ਆਪਾਂ ਤਾਂ ਲੋਕਾਂ ਤੇ ਤੁਸੀਂ ਕਹਿ ਰਹੇ ਹੋ ਅਸੀਂ ਛੱਡਦੇ ਹਾਂ ਵੀ ਭਾਈ ਆਪ ਬੰਦਾ ਚੁਣ ਲਓ, ਕਿਵੇਂ ਚੁਣ ਲੈਣਗੇ ਬੰਦੇ, ਆਪਾਂ ਉਹ ਝਗੜਾ ਨਹੀਂ ਪਊਗਾ ਉਹਨਾਂ ਦਾ। ਮੇਰੀ ਗੱਲ ਨੂੰ ਪਹਿਲਾਂ ਪੂਰੀ ਤਰ੍ਹਾਂ ਸੁਣ ਲਓ। ਸਵਾਲ ਇਹ ਹੈ ਜਿੱਥੋਂ ਤੱਕ ਤੁਸੀਂ ਸਰਪੰਚ ਦੀ ਗੱਲ ਕੀਤੀ ਆ, ਸਟੇਟ ਇੱਕ ਇਕਾਈ ਹੁੰਦਾ ਸੂਬਾ, ਜਿਹਾ ਰਾਜਾ ਤੇ ਹੀ ਪ੍ਰਜਾ। ਹੁਣ ਸੂਬੇ ਦਾ ਮੁਖੀ ਜਿਹੜਾ ਹੈਗਾ ਉਹਦੀ ਜਿਹੋ ਜੀ ਨੇਚਰ ਹੋਏਗੀ, ਉਹਦੀਆਂ ਜਿਹੋ ਜੀਆਂ ਕਰਤੂਤਾਂ ਹੋਣਗੀਆਂ, ਜੇ ਕੋਕੋ ਜੇ ਬੱਚੇ। ਅਗਰ ਸੂਬੇ ਦਾ ਮੁਖੀ ਜਿਹੜਾ ਹੈਗਾ ਉਹ ਭ੍ਰਿਸ਼ਟ ਹੋਏਗਾ, ਉਹ ਯਾਸ਼ ਹੋਏਗਾ, ਉਹ ਸ਼ਰਾਬੜ ਹੋਏਗਾ, ਉਹ ਜਨਾਨੀਬਾਜ਼ ਹੋਏਗਾ, ਤਾਂ ਉਸ ਸੂਬੇ ਦੇ ਵਿੱਚ ਜਿਹੜਾ ਕੁਝ ਵੀ ਥੱਲੇ ਤੱਕ ਸਿਸਟਮ ਹੋਏਗਾ ਉਹ ਗਰਕ ਜੇਗਾ। ਭਾਰਤ ਦੇ ਵਿੱਚ ਵੀ ਜਿਹੜੇ ਚੰਗੇ ਸੂਬੇ ਆ, ਮਿਸਾਲ ਦੇ ਤੌਰ ਤੇ ਕੇਰਲਾ ਹੈ, ਕੇਰਲਾ ਦੇ ਵਿੱਚ ਭਾਜਪਾ ਕੋਲੇ ਇੱਕ ਵੀ ਸੀਟ ਨਹੀਂ ਹੈ, ਕਿਉਂਕਿ ਕੇਰਲਾ 'ਚ ਚੋਣਾਂ ਫਿਰਕਾ ਪ੍ਰਸਤੀ ਦੇ ਨਾਂ 'ਤੇ ਨਹੀਂ ਲੜੀਆਂ ਜਾਂਦਾ। ਉੱਥੇ 100% ਐਜੂਕੇਸ਼ਨ ਹੈ ਔਰ ਲੋਕਾਂ ਨੂੰ ਆਪਦਾ ਨੁਮਾਇੰਦਾ ਕਿਸੇ ਹੱਦ ਤੱਕ ਚੁਣਨਾ ਆਉਂਦਾ। ਹੁਣ ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਹੈ ਕਿ ਉਹ ਬੰਦਾ ਕਿਵੇਂ ਚੰਗਾ ਹੋਏਗਾ, ਉਹਦਾ ਮੈਂ ਤੁਹਾਨੂੰ ਜਵਾਬ ਦਿੰਦਾ। ਅੱਜ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਿਸਾਨ ਅੰਦੋਲਨ ਕਿਵੇਂ ਚੱਲ ਰਿਹਾ ਹੈ? ਚੜੂਨੀ ਸਾਹਿਬ ਨੇ 1-2-3 ਸਤਰਾਂ ਕਈਆਂ ਨੇ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹ ਕਹਿੰਦੇ ਵੀ ਅਸੀਂ ਜਿਹੜੇ ਕਿਸਾਨਾਂ ਦੇ ਆਗੂ ਆ, ਸਾਡਾ ਆਪਸ 'ਚ ਕੋਈ ਏਕਾ ਨਹੀਂ ਹੈ, ਅਸੀਂ ਵਿਕ ਵੀ ਸਕਦੇ ਹਾਂ, ਅਸੀਂ ਵਿਕਾਊ ਹਾਂ, ਪਰ ਸਾਡਾ ਏਕਾ ਤੇ ਨਾ ਵਿਕਣਾ ਇਸ ਕਰਕੇ ਹੈ ਕਿਉਂਕਿ ਜਿਹੜੇ ਯੋਧੇ ਟਰਾਲੀਆਂ 'ਚ ਬੈਠੇ ਆ ਉਹ ਜਾਗ ਚੁੱਕੇ ਆ, ਅਸੀਂ ਉਹਨਾਂ ਦੀਆਂ ਜੁੱਤੀਆਂ ਦੇ ਡਰ ਤੋਂ ਜਿਹੜਾ ਨਹੀਂ ਵਿਕਦੇ। ਸੋ ਜਿਹੜਾ ਤੁਸੀਂ ਇੱਕ ਨੁਮਾਇੰਦਾ ਚੁਣੋਗੇ, ਉਹ ਨੁਮਾਇੰਦਾ ਚੁਣਨ ਦੇ ਲਈ ਇੱਕ ਪ੍ਰਕਿਰਿਆ ਜਿਹੜੀ ਆ ਉਹ ਲੋਕ ਅਧਿਕਾਰ ਲਹਿਰ ਵੱਲੋਂ ਤਿਆਰ ਕੀਤੀ ਗਈ ਹੈ। ਸਭ ਤੋਂ ਪਹਿਲਾਂ ਇਹ ਹੈ ਕਿ ਪਿੰਡ ਦੇ ਵਿੱਚ ਅਸੀਂ ਜਿੱਥੇ ਵੀ ਮੀਟਿੰਗ ਕਰਦੇ ਆ ਉੱਥੇ ਅਸੀਂ ਖੁੱਲ੍ਹੀ ਸੰਗਤ ਦੇ ਵਿੱਚ ਹੋਕਾ ਦਿੰਦੇ ਆ ਕਿ ਕਿਹੜੇ ਬੰਦੇ ਆ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ। ਹੁਣ ਸੰਗਤ ਦੇ ਵਿੱਚੋਂ ਮਾੜਾ ਬੰਦਾ ਕਦੇ ਹੱਥ ਖੜਾ ਨਹੀਂ ਕਰ ਸਕਦਾ, ਕਿਉਂਕਿ ਕੋਈ ਬੰਦਾ ਵੀ ਉੱਠ ਕੇ ਖੜਾ ਹੋ ਕੇ ਕਹਿ ਸਕਦਾ ਵੀ ਇਹ ਤਾਂ ਬਲੈਕੀਆ ਆ, ਇਹਨੇ ਤਾਂ ਫਲਾਨੇ ਦੀ ਜ਼ਮੀਨ ਨੱਪੀ ਹੈ। ਚਲੋ ਜੇ ਉੱਥੇ ਨਾ ਕਹੂ ਸਾਨੂੰ ਮਗਰੋਂ ਦੱਸ ਦੂ, ਠੀਕ ਹੈ ਨਾ। ਸੋ ਪਹਿਲਾਂ ਬੰਦਾ ਉੱਥੋਂ ਖੜਾ ਕਰਦੇ ਆ ਔਰ ਉਹਨਾਂ ਨੂੰ ਬੇਨਤੀ ਕਰਦੇ ਆ ਪਿੰਡ ਵਾਲਿਆਂ ਨੂੰ ਕਿ ਤੁਸੀਂ ਪਿੰਡ 'ਚ ਇੱਕ ਲੋਕ ਅਧਿਕਾਰ ਸਭਾ ਬਣਾਓ। ਹੁਣ ਲੋਕ ਅਧਿਕਾਰ ਸਭਾ ਜਿਹੜੀ ਹੈ ਇਹ ਇੱਕ ਫੰਡਾਮੈਂਟਲ ਹੈ, ਇੱਕ ਨੀਂਹ ਹੈ ਲੋਕ ਅਧਿਕਾਰ ਲਹਿਰ ਦੀ, ਕਿਉਂਕਿ ਅਸੀਂ ਲੋਕਾਂ 'ਚ ਜਾਗਰੂਕਤਾ ਪੈਦਾ ਕਰਨੀ ਹੈ। ਪਹਿਲੀ ਗੱਲ, ਅੱਜ ਤੱਕ ਲੋਕਾਂ ਨੂੰ ਇਹ ਹੀ ਨਹੀਂ ਸੀ ਪਤਾ ਕਿ ਅਸੀਂ ਮਾਲਕ ਹਾਂ, ਇਹ ਸਰਕਾਰਾਂ ਸਾਡੀਆਂ ਨੌਕਰ ਨੇ। ਨਹੀਂ, ਇਹ ਗੱਲ ਬਾਈ ਜੀ ਬਹੁਤ ਵਾਰੀ ਹੁੰਦੀ ਆ ਨਾ ਕਿ ਜਿਹੜੀਆਂ ਸਰਕਾਰਾਂ ਨੇ ਉਹ ਸਾਡੇ ਸੇਵਾ ਲਈ ਬਣਦੀਆਂ ਨੇ, ਅਫਸਰ ਜਿਹੜੇ ਨੇ ਉਹ ਸਾਡੀ ਸੇਵਾ ਲਈ ਬਣਦੇ ਨੇ, ਪਰ ਜ਼ਮੀਨੀ ਹਕੀਕਤ ਕੀ ਆ ਉਹ ਅਸੀਂ ਜਾਣਦੇ ਹਾਂ ਵੀ ਦਫ਼ਤਰਾਂ 'ਚ ਜਾ ਕੇ ਆਮ ਬੰਦੇ ਨਾਲ ਕੀ ਹੁੰਦਾ ਆ। ਮੈਂ ਤੁਹਾਡੀ ਗੱਲ ਰੋਕੀ ਆ ਬਾਈ ਰੁਪਿੰਦਰ ਨਾਲ, ਮੈਂ ਗੱਲ ਕਰਨੀ ਚਾਹੁੰਦਾ ਆ। ਬਾਈ ਜੀ, ਇਹਨਾਂ ਨੇ ਕਿਹਾ ਕਿ ਕੇਰਲਾ ਦੇ ਵਿੱਚ ਸਰਕਾਰ ਲੋਕ ਚੁਣਦੇ ਨੇ, ਫਿਰ ਕੋਈ ਪ੍ਰਸਤੋਂ ਹੈ ਨਾ ਹਟ ਕੇ ਚੁਣਦੇ ਨੇ, ਕਮਿਊਨਿਸਟ ਉੱਥੇ ਰਾਜ ਕਰਦੇ ਨੇ। ਮੈਂ ਚਾਹੁੰਦਾ ਆ ਵੀ ਇੱਥੇ ਇਹ ਸਵਾਲ ਵੀ ਹੋ ਜਾਵੇ ਵੀ ਤੁਹਾਡੀ ਜਿਹੜੀ ਵਿਚਾਰਧਾਰਾ ਆ ਤੁਹਾਡੀ ਲੋਕ ਅਧਿਕਾਰ ਲਹਿਰ ਦੀ,
ਇਹ ਵਿਚਾਰਧਾਰਾ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਵੱਡਾ ਇੱਕ ਰੌਲਾ ਚੱਲਦਾ ਵੀ ਕਾਮਰੇਡਾਂ ਨੇ ਜੀ ਧਰਨਾ ਹਾਈਜੈਕ ਕਰ ਲਿਆ, ਜਿਹੜਾ ਹੈ ਨਾ ਪੰਥਕ ਲੋਕ ਨੇ ਉਹਨਾਂ ਨੂੰ ਪਿੱਛੇ ਧੱਕਿਆ। ਮਤਲਬ ਇਹ ਜਿਹੜਾ ਪਾੜਾ ਆ ਇਹ ਪਾਇਆ ਜਾ ਰਿਹਾ ਕਿਸਾਨੀ ਅੰਦੋਲਨ ਨੂੰ ਲੈ ਕੇ। ਤੁਹਾਡੀ ਲਹਿਰ ਜਿਹੜੀ ਆ ਇਹ ਕਿਹੜੀ ਵਿਚਾਰਧਾਰਾ ਨੂੰ ਫੋਲੋ ਕਰਦੀ ਆ? ਵਿਚਾਰਧਾਰਾ ਬਾਈ ਜੀ, ਜਿਵੇਂ ਅਸੀਂ ਪੁਰਾਣੇ ਸਮੇਂ ਤੋਂ ਦੇਖਦੇ ਆਉਣਾ, ਵਿਚਾਰਧਾਰਾਵਾਂ ਵੈਸੇ ਤਿੰਨ ਹੀ ਹੁੰਦੀਆਂ ਨੇ। ਇੱਕ ਖੱਬੇ ਪੱਖੀ ਹੁੰਦੀ ਹੈ, ਇੱਕ ਸੱਜੇ ਪੱਖੀ ਕਹਿ ਦਿੰਦੇ ਆ ਅਸੀਂ, ਇੱਕ ਵਿਚਕਾਰਲੀ ਹੁੰਦੀ ਆ। ਪਰ ਅੱਜ ਪੰਜਾਬ ਕੀ ਆ, ਪੂਰਾ ਮੁਲਕ ਹੀ ਜੇ ਦੇਖੀਏ ਤਾਂ ਅਸੀਂ ਕਿਸੇ ਵਿਚਾਰਧਾਰਾ ਤੇ ਨਹੀਂ ਖੜਾ। ਅੱਜ ਅਸੀਂ ਖੜੇ ਕਿਹਨਾਂ ਤੇ ਆ ਉਹ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਕਿ ਅੱਜ ਅਸੀਂ ਕੀ ਆ, ਵਿਕੇ ਹੋਏ ਲੋਕਾਂ ਦਾ ਕੀ ਆ, ਜਮੂਦ ਕੀ ਆ ਖੜਾ ਕਰ ਰੱਖਿਆ। ਉਹਨੂੰ ਚੁਣਦੇ, ਜਿਵੇਂ ਤੁਸੀਂ ਪਹਿਲਾਂ ਬਾਈ ਜੀ ਨੂੰ ਸਵਾਲ ਕੀਤਾ ਕਿ ਅਸੀਂ ਜਿਹੜਾ ਬੰਦਾ ਚੁਣ ਰਹੇ ਆ ਵੀ ਉਹ ਬੰਦੇ ਮਾੜੇ ਚੁਣ ਰਹੇ ਆ। ਚੁਣਿਆ ਤਾਂ ਲੋਕਾਂ ਦੁਆਰਾ ਹੀ ਜਾਂਦਾ। ਉਹ ਚੁਣਿਆ ਲੋਕਾਂ ਦੁਆਰਾ ਤਾਂ ਜਾਂਦਾ ਕਿਉਂਕਿ ਲੋਕਾਂ ਨੂੰ ਕੀ ਆ, ਲੋਕ ਪੂਰੀ ਤਰ੍ਹਾਂ ਜਾਗੇ ਨਹੀਂ ਹੋਏ। ਇੱਕ ਗੁਰਬਾਣੀ ਸਾਨੂੰ ਕਹਿੰਦੀ ਆ, ਜੋ ਜਾਗੈ ਸੋ ਉੱਭਰੈ, ਸੂਤੇ ਗਏ ਮਹਾਏ। ਜਿਹੜੇ ਜਾਗਦੇ ਆ ਤਰਦੇ ਉਹ ਆ, ਜਿਹੜੇ ਸੌਂ ਜਾਂਦੇ ਉਹ ਰੁੜ ਜਾਂਦੇ ਆ। ਤਾਂ ਸਭ ਤੋਂ ਪਹਿਲਾ ਕੰਮ ਲੋਕ ਅਧਿਕਾਰ ਲਹਿਰ ਪਹਿਲਾਂ ਕੋਈ ਸਿਆਸਤ ਨਹੀਂ ਕਰਨਾ ਜੀ, ਅਸੀਂ ਸਭ ਤੋਂ ਪਹਿਲਾਂ ਲੋਕਾਂ ਨੂੰ ਜਗਾਉਣਾ। ਜਦੋਂ ਲੋਕ ਜਾਗ ਗਏ ਤਾਂ ਲੋਕਾਂ ਨੂੰ ਜੁੜਨ ਦਾ ਇੱਕ ਤਰੀਕਾਕਾਰ ਦੱਸਿਆ ਹੋਇਆ। ਉਹ ਤਰੀਕਾਕਾਰ ਨੁਮਾਇੰਦਾ ਚੁਣਨ ਦਾ ਵੀ ਦੱਸਿਆ ਹੋਇਆ। ਤੇ ਇੱਕ ਪਹਿਲਾਂ ਨਕਸ਼ਾ ਤਿਆਰ ਕੀਤਾ 2 ਸਾਲ ਪਹਿਲਾਂ, ਉਹਦੀ ਮੈਂ ਜ਼ਿਕਰ ਕਰਨਾ ਚਾਹਣਾ। ਉਹ ਨਕਸ਼ਾ 11 ਨਿਕਾਤੀ ਪ੍ਰੋਗਰਾਮ ਦੇ ਰੂਪ ਦੇ ਵਿੱਚ ਕੀ ਆ ਮੈਂ ਕਿ ਸੀਮਾਬੱਧ ਕੀਤਾ ਹੋਇਆ। ਉਹ 11 ਨੁਕਤੇ ਨਾਲ ਪੰਜਾਬ ਕਿਵੇਂ ਬਚ ਸਕਦਾ, ਜਿਵੇਂ ਬਾਈ ਜੀ ਨੇ ਗੱਲ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਮਾਲਕ ਹੋਣ ਦਾ ਪਹਿਲਾਂ ਅਹਿਸਾਸ ਕਰਾਉਣਾ। ਉਹ 11 ਨੁਕਤੇ ਲੋਕਾਂ ਨੂੰ ਮਾਲਕ ਹੋਣ ਦਾ ਅਹਿਸਾਸ ਵੀ ਕਰਾਉਂਦੇ ਤੇ ਲੋਕਾਂ ਨੂੰ ਦੱਸਦੇ ਆ ਕਿ ਪੰਜਾਬ ਕਿਵੇਂ ਬਚੂਗਾ। ਉਹ ਨੁਕਤੇ ਅਸੀਂ ਅੱਜ ਤੋਂ ਸਾਲ ਪਹਿਲਾਂ ਬਾਈ ਜੀ ਸਰਕਾਰ ਨੂੰ ਭੇਜ ਚੁੱਕੇ ਹਾਂ ਤੇ ਕੈਪਟਨ ਨੂੰ ਦੱਸ ਚੁੱਕੇ ਹਾਂ ਕਿ ਤੂੰ ਸਾਡਾ ਨੌਕਰ ਆ, ਤੂੰ ਕੀ ਆ ਪੰਜਾਬ ਬਚਾ ਸਕਦਾ। ਆ ਤੈਨੂੰ 11 ਨੁਕਤੇ ਲੋਕਾਂ ਵੱਲੋਂ ਸੁਝਾਏ। ਉਹ ਇਕੱਲੀ ਮੇਰੀ ਜਾਂ ਸਰਦਾਰ ਬਲਵਿੰਦਰ ਸਿੰਘ ਜੀ ਦੀ ਸਮਝ ਨਹੀਂ, ਉਹ ਪੰਜਾਬ ਦੇ ਹਜ਼ਾਰਾਂ ਲੋਕਾਂ ਨੇ ਮਿਲ ਕੇ ਤਿਆਰ ਕੀਤੇ ਆ। ਤੇ ਉਹ ਲੋਕਾਂ ਨੇ ਤਿਆਰ ਕੀਤੇ ਜਿਹੜੇ ਪੰਜਾਬ ਹਿਤੈਸ਼ੀ ਨੇ ਤੇ ਪੰਜਾਬ ਖਾਤਰ ਸ਼ੁਰੂ ਤੋਂ ਲੜ ਰਹੇ ਨੇ। ਉਹਦੇ ਜਿਹੜੇ ਬੜੇ ਬਾਈ ਜੀ ਕੀ ਆ, ਪੰਜਾਬ 'ਚ ਜਿਵੇਂ ਲੜਨ ਵਾਲੇ ਬਹੁਤ ਯੋਧੇ ਬੈਠੇ ਆ, ਉਹ ਅੱਜ ਤੱਕ ਹਾਰਦੇ ਕਿਉਂ ਰਹੇ? ਕਿਉਂਕਿ ਅਸੀਂ ਇਕੱਲੇ ਲੜਦੇ ਰਹੇ। ਹੁਣ ਬਾਈ ਜੀ ਨੇ ਸਾਨੂੰ ਵੀ ਆ ਕੇ ਜਦੋਂ ਤੋਰਿਆ ਤਾਂ ਸਾਨੂੰ ਇੱਕੋ ਗੱਲ ਆਖੀ ਵੀ ਰੁਪਿੰਦਰ ਸਿੰਘ ਤੁਸੀਂ ਨਸ਼ੇ ਖਿਲਾਫ 10 ਸਾਲ ਤੋਂ ਲੜਦੇ ਹੋ, ਮੈਂ 20 ਸਾਲ ਭ੍ਰਿਸ਼ਟਾਚਾਰ ਦੀ ਲੜਾਈ ਲੜ ਲਈ। ਇਸੇ ਤਰ੍ਹਾਂ ਪੰਜਾਬ 'ਚ ਲੜਨ ਵਾਲੇ ਬਹੁਤ ਨੇ, ਕਿਉਂ ਨਾ ਆਪਾਂ ਇਕੱਠੇ ਹੋ ਕੇ ਇੱਕ ਹੰਬਲਾ ਮਾਰੀਏ। ਕਿਉਂਕਿ ਜਿਹੜਾ ਬੰਦਾ ਜਾਨ ਤਲੀ ਤੇ ਧਰ ਕੇ ਆਪਦੇ ਸੂਬੇ ਖਾਤਰ ਲੋਕਾਂ ਖਾਤਰ ਲੜਨ ਨੂੰ ਤਿਆਰ ਆ, ਉਹ ਬੰਦਾ ਜੇ ਕਿਤੇ ਕੀ ਆ ਇਕੱਠੇ ਹੋ ਜਾਣ, ਉਹ ਜੇ 1000 ਬੰਦਾ ਵੀ ਇਕੱਠਾ ਹੋ ਜੇ ਤਾਂ ਇਹਨਾਂ ਦੀ ਕੀ ਆ ਟਾਪ ਲਵਾ ਸਕਦਾ। ਪਰ ਇੱਕ ਗੱਲ ਆ ਨਾ ਬਾਈ, ਉਹਨਾਂ ਨੇ ਕਿਹਾ ਕਿ ਉਹੀ ਬੰਦੇ ਜਿਹੜੀਆਂ ਪਾਰਟੀਆਂ ਬਦਲ ਲੈਂਦੇ ਨੇ ਬਾਅਦ ਦੇ ਵਿੱਚ। ਹੁਣ ਆਪਾਂ ਕਹਿ ਰਹੇ ਹਾਂ ਕਿ ਇੱਕ ਮੰਚ ਤੇ ਹੁਣ ਜਦੋਂ ਕੱਲ੍ਹ ਨੂੰ ਕਿਸੇ ਪਾਰਟੀ ਤੋਂ ਕਿਸੇ ਨੂੰ ਟਿਕਟ ਨਹੀਂ ਮਿਲੀ ਰੁੱਸ ਕੇ, ਹੈ ਨਾ, ਉਹ ਅਗਲਾ ਕਹਿੰਦਾ ਵੀ ਭਾਈ ਅਸੀਂ ਆਹ ਤੁਹਾਡੀ ਸੋਚ ਨੂੰ ਹੈ ਨਾ ਸਮਰਥਨ ਕਰਦੇ ਹਾਂ, ਫਿਰ ਕੀ ਉਹ ਚੀਜ਼ ਤੁਹਾਡੇ ਤੇ ਨਹੀਂ ਲਾਗੂ ਹੋਊਗੀ ਵੀ ਉਹੀ ਬੰਦੇ ਆ ਕੇ ਇਸ ਪਾਰਟੀ 'ਚ ਸ਼ਾਮਲ ਹੋ ਗਏ ਜਿਹੜੇ ਕੱਲ੍ਹ ਤੱਕ ਕਿਸੇ ਹੋਰ ਪਾਰਟੀ 'ਚ ਸਥਾਪਿਤ ਸੀ? ਦੂਜੀ ਗੱਲ, ਕੀ ਲੱਗਦਾ ਆ ਵੀ ਜਿੱਦਾਂ ਹੁਣ ਲੱਖਾ ਸਿਧਾਣਾ ਜਿਹੜਾ ਉਹਦੇ ਕੋਲ ਲੋਕੀ ਬਹੁਤ ਹੈ ਨਾ ਉਹਦੇ ਪਿੱਛੇ ਤੁਰਦੇ ਨੇ, ਫੈਨ ਫੋਲੋਇੰਗ ਹੈਗੀ ਆ, ਇੱਦਾਂ ਦੇ ਬੰਦੇ ਨੂੰ ਤੁਹਾਡੀ ਲੋਕ ਅਧਿਕਾਰ ਲਹਿਰ ਕੀ ਕਹਿੰਦੀ ਆ ਵੀ ਇਹ ਪੰਜਾਬ ਦੀ ਅਗਵਾਈ ਕਰ ਸਕਦੇ ਨੇ? ਜਾਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਿਹੜਾ ਆ ਇੱਕ ਵੱਡਾ ਸਵਾਲ ਉੱਠਦਾ ਕਿ ਨਵਜੋਤ ਸਿੰਘ ਸਿੱਧੂ ਵਰਗਾ ਨਿਧੜਕ ਲੀਡਰ ਚਾਹੀਦਾ ਪੰਜਾਬ ਨੂੰ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਲੋਕ ਅਧਿਕਾਰ ਲਹਿਰ ਜਿਹੜੀ ਹੈਗੀ ਆ ਉਹ ਸ਼ਖਸੀ ਰਾਜਨੀਤੀ ਦੇ ਵਿੱਚ ਵਿਸ਼ਵਾਸ ਨਹੀਂ ਕਰਦੀ। ਤੁਸੀਂ ਚਿਹਰਿਆਂ ਮਗਰ ਨਾ ਜਾਓ, ਚਰਿੱਤਰ ਮਗਰ ਜਾਓ। ਸਵਾਲ ਇਹ ਹੈ ਕਿ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਪਿੰਡ ਲਈ ਚੰਗਾ ਕੰਮ ਕਰਦੇ ਆ। ਬਹੁਤ ਸਾਰੇ ਤੁਹਾਨੂੰ ਅਧਿਆਪਕ ਇਹੋ ਜਿਹੇ ਮਿਲ ਜਾਣਗੇ ਜਿਹੜੇ ਸਕੂਲ ਸਮੇਂ ਤੋਂ ਪਹਿਲਾਂ ਸਕੂਲ 'ਚ ਜਾਂਦੇ ਆ, ਬੱਚਿਆਂ ਨੂੰ ਖਿਡਾਉਂਦੇ ਆ, ਔਰ ਉਸ ਤੋਂ ਬਾਅਦ ਸਕੂਲ ਬੰਦ ਹੋਏ ਤੋਂ ਬਾਅਦ ਵੀ ਬੱਚਿਆਂ ਦੀਆਂ ਕਲਾਸਾਂ ਤੱਕ ਲਾਉਂਦੇ ਆ। ਬਹੁਤ ਸਾਰੇ ਤੁਹਾਨੂੰ ਡਾਕਟਰ ਇਹੋ ਜਿਹੇ ਮਿਲ ਜਾਣਗੇ ਜਿਹੜੇ ਅੱਜ ਵੀ 50 ਰੁਪਏ ਦੀ ਪਰਚੀ ਦੇ ਉੱਤੇ ਆਪਦਾ ਹੁਨਰ ਜਿਹੜਾ ਹੈਗਾ ਲੋਕਾਂ ਦੀ ਸਿਹਤ ਲਈ ਵਰਤ ਰਹੇ ਆ। ਸੋ ਚੰਗੇ ਬੰਦਿਆਂ ਨੂੰ ਤਾਂ ਤੁਹਾਨੂੰ ਲੱਭਣਾ ਪਏਗਾ। ਉਹ ਰੌਲਾ ਨਹੀਂ ਪਾਉਂਦੇ ਕਿ ਅਸੀਂ ਚੰਗੇ ਹਾਂ, ਔਰ ਉਹਨਾਂ ਲੋਕਾਂ ਨੂੰ ਪੰਜਾਬ ਦੇ ਲੋਕ ਪਛਾਣਦੇ ਵੀ ਆ, ਜਾਣਦੇ ਵੀ ਆ। ਅਸੀਂ ਕੇਵਲ ਉਹਨਾਂ ਦੀ ਪਹਿਚਾਣ ਕਰਾਉਣ ਲਈ ਹਰ ਹਲਕੇ ਦੇ ਵਿੱਚ ਹੈਲਪ ਕਰਨੀ ਹੈ। ਬਾਕੀ ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਹੈਗਾ ਕਿ ਇਹ ਜਿਹੜੇ ਬੰਦੇ ਨੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਇਹ ਅੱਛਾ ਕੰਮ ਕਰ ਰਹੇ ਆ, ਇਹਨਾਂ ਦੇ ਹਲਕੇ ਦੇ ਲੋਕ, ਉਸ ਹਲਕੇ ਦੀ ਕਮੇਟੀ ਇਹਨਾਂ ਨੂੰ ਰੈਕੋਗਨਾਈਜ਼ ਕਰੇਗੀ ਤਾਂ ਲੋਕ ਅਧਿਕਾਰ ਲਹਿਰ ਮੰਨੇਗੀ। ਲੋਕ ਅਧਿਕਾਰ ਲਹਿਰ ਬਲਵਿੰਦਰ ਜਾਂ ਰੁਪਿੰਦਰ ਜਾਂ ਸਾਡੇ ਕੁਝ ਸਾਥੀਆਂ ਦੀ ਲਹਿਰ ਨਹੀਂ ਹੈ। ਲੋਕ ਅਧਿਕਾਰ ਲਹਿਰ ਹਰ ਪਿੰਡ ਦੇ ਵਿੱਚ ਜਿਹੜੀ ਲੋਕ ਅਧਿਕਾਰ ਸਭਾ ਤੇ ਇੱਕ ਹਲਕਾ ਕਮੇਟੀ ਹੋਏਗੀ। ਦੇਖੋ, ਇਹਨਾਂ ਦਾ ਜਮੂਦ ਜਿਹੜਾ ਹੈ ਇਹ ਅੱਜ ਕੱਲ੍ਹ ਪੋਲੀਟੀਕਲ ਪਾਰਟੀਆਂ ਗੈਂਗ ਦੇ ਰੂਪ 'ਚ ਕੰਮ ਕਰਦੀਆਂ ਨੇ, ਜੁੰਡਲੀਆਂ ਬਣੀਆਂ ਹੋਈਆਂ ਨੇ। ਇਹਨਾਂ ਜੁੰਡਲੀਆਂ ਨੂੰ ਜੇ ਤੁਸੀਂ ਤੋੜਨਾ ਤਾਂ ਪਿੰਡ ਨੂੰ ਤੁਹਾਨੂੰ ਮੋਰਚਾ ਬਣਾਉਣਾ ਪਏਗਾ ਤੇ ਹਲਕੇ ਨੂੰ ਕਿਲ੍ਹਾ ਬਣਾਉਣਾ ਪਏਗਾ। 117 ਬੰਦੇ ਜਦੋਂ ਤੁਸੀਂ ਅਲੱਗ-ਅਲੱਗ ਡਿੱਕ ਦਿਓਗੇ ਔਰ ਉਹਨਾਂ ਲਈ ਨਿਯਮ ਸਾਂਝੇ ਹੋਣਗੇ, ਔਰ ਸਭ ਤੋਂ ਵੱਡੀ ਗੱਲ ਹੈ ਕਿ ਕਰਨਾ ਕੀ ਹੈ, ਨਿਯਮ ਕੌਣ ਤੈਅ ਕਰੂਗਾ? ਮੈਂ ਹੈ ਨਾ ਇਹ ਵੀ ਕਲੀਅਰ ਹੋ ਜਾਵੇ ਨਾ, ਨਿਯਮ ਕੌਣ ਤੈਅ ਕਰੂਗਾ ਉਹਨਾਂ ਦੇ? ਕਿਉਂਕਿ ਉਹ ਅੱਡ-ਅੱਡ ਥਾਵਾਂ ਤੋਂ ਆਏ ਨੇ, ਕਿਸੇ ਇੱਕ ਪ੍ਰਧਾਨ ਦੇ ਉਹ ਪਹਿਲਾਂ ਤੋਂ ਕਹਿਣੇ ਦੇ ਵਿੱਚ ਨਹੀਂ ਰਹੇ। ਆਪਣੀ ਉਹਨਾਂ ਦੀ ਸਾਰਿਆਂ ਦੀ ਸਮਝ ਆ, ਬੇਸ਼ੱਕ ਆਜ਼ਾਦ ਨੇ, ਨਿਯਮ ਕੌਣ ਤੈਅ ਕਰੂ ਉਹਨਾਂ ਦੇ? ਦੇਖੋ ਰੁਪਿੰਦਰ, ਤੁਹਾਨੂੰ ਦੱਸ ਕੇ ਹਟਿਆ ਕਿ ਜਿਹੜੇ 11 ਨੁਕਤੇ ਨੇ ਉਹ ਹਜ਼ਾਰਾਂ ਲੋਕਾਂ ਨੇ ਘੜੇ ਨੇ। ਖੋਸਾ ਪਾਂਡੋ 2 ਦਿਨ ਮੰਥਨ ਕਾਨਫਰੰਸ ਹੋਈ,
ਉਹਦੇ ਲਈ ਜਗਬਾਣੀ ਟੀਵੀ ਤੋਂ ਖੁੱਲ੍ਹਾ ਸੱਦਾ ਮੈਂ ਸਭ ਨੂੰ ਦਿੱਤਾ ਔਰ ਉਸ ਇੰਟਰਵਿਊ ਨੂੰ 8 ਲੱਖ ਲੋਕਾਂ ਨੇ ਦੇਖਿਆ। ਅੱਜ ਤੁਹਾਡੇ ਚੈਨਲ ਤੋਂ ਬੋਲ ਰਹੇ ਹਾਂ, ਸਿੱਖ ਚੈਨਲ ਤੋਂ, ਇਹਦੇ ਤੋਂ ਵੀ ਬਹੁਤ ਸਾਰੇ ਲੋਕ ਦੇਖਣਗੇ। ਸੋ ਇਹ ਜਿਹੜੇ ਨਿਯਮ ਨੇ ਇਹ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚੋਂ ਬਾਹਰ ਨਿਕਲਣੇ ਨੇ ਔਰ ਲੋਕਾਂ ਨੇ ਇਕੱਠੇ ਹੋ ਕੇ ਘੜੇ ਨੇ ਤੇ ਆਉਣ ਵਾਲੇ ਟਾਈਮ 'ਚ ਵੀ ਘੜਨੇ ਨੇ। ਅੱਜ ਦੀ ਤੁਸੀਂ ਮੀਟਿੰਗ ਅਟੈਂਡ ਕੀਤੀ ਹੈ ਤਾਂ ਮੀਟਿੰਗ ਦੇ ਅਖੀਰ ਦੇ ਵਿੱਚ ਮੈਂ ਤੇ ਰੁਪਿੰਦਰ ਨੇ ਇਹੋ ਹੀ ਗੱਲ ਕਹੀ ਹੈ ਕਿ ਅਸੀਂ ਜੋ ਕਿਹਾ ਉਹ ਆਖਰੀ ਸੱਚ ਨਹੀਂ ਹੈ। ਆਪਾਂ ਇਸ ਤੋਂ ਬਾਅਦ ਮੀਟਿੰਗ ਕਰਾਂਗੇ, ਮੀਟਿੰਗ ਤੋਂ ਬਾਅਦ ਜਾਂ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ ਤਾਂ ਤੁਸੀਂ ਸਵਾਲ ਕਰੋ, ਉਹਦੇ ਤੇ ਇੱਕ ਸਰਵਸੰਮਤੀ ਬਣੇਗੀ। ਦੇਸ਼ ਦੀ ਸੰਸਦ ਕਿਵੇਂ ਚੱਲਦੀ ਹੈ, ਦੇਸ਼ ਦੀ ਵਿਧਾਨ ਪਾਲਿਕਾ ਜਿਹੜੀ ਵਿਧਾਨ ਸਭਾ ਕਿਵੇਂ ਚੱਲਦੀ ਹੈ, ਬਹੁਮਤ ਤੇ ਹੀ ਚੱਲਦੀ ਹੈ ਨਾ। ਉੱਥੇ ਇੱਕ ਬੰਦਾ ਤਾਂ ਨਿਯਮ ਨਹੀਂ ਕਰਦਾ। ਹੁਣ ਸਵਾਲ ਇਹ ਹੈ ਕਿ ਅਸੀਂ ਕੁਝ ਬੰਦਿਆਂ ਨੂੰ ਠੇਕੇਦਾਰੀ ਦੇਤੀ ਹੈ ਸਿਸਟਮ ਨੂੰ ਚਲਾਉਣ ਦੀ, ਜਿਵੇਂ ਬਾਦਲ ਐਂਡ ਕੰਪਨੀ ਹੋ ਗਈ, ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਜੁੰਡਲੀ ਹੋ ਗਈ, ਇਸੇ ਤਰ੍ਹਾਂ ਜਿਹੜਾ ਗਾਂਧੀ ਪਰਿਵਾਰ ਆ ਉਹ ਹੋ ਗਿਆ, ਇਸੇ ਤਰ੍ਹਾਂ ਹੁਣ ਅਮਿਤ ਸ਼ਾਹ ਤੇ ਮੋਦੀ ਜਿਹੜਾ ਹੈਗਾ ਉਹਨਾਂ ਨੇ ਪੂਰੀ ਭਾਜਪਾ ਹਾਈਜੈਕ ਕਰ ਲਈ। ਸੋ ਸਵਾਲ ਇਹ ਹੈ ਕਿ ਲੋਕ ਅਧਿਕਾਰ ਲਹਿਰ ਇਸੇ ਕਰਕੇ ਇੱਕ ਲਹਿਰ ਰਹੇਗੀ ਤਾਂ ਕਿ ਇੱਕ ਚੈੱਕ ਰਹੇ। ਜਦੋਂ 125 ਬੰਦਾ ਕਿਸੇ ਬੰਦੇ ਨੂੰ ਨੁਮਾਇੰਦਾ ਚੁਣੇਗਾ ਔਰ ਉਸ ਤੋਂ ਬਾਅਦ ਉਹਦੀ ਟੋਟਲ ਇਲੈਕਸ਼ਨ ਖੁਦ ਲੜੇਗਾ ਤਾਂ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਉਹ ਬੰਦਾ ਵੀ ਵਿਕ ਜਾਏਗਾ? ਆਖਿਰਕਾਰ ਕੋਈ ਸ਼ਰਮ ਵੀ ਤਾਂ ਚੀਜ਼ ਹੁੰਦੀ ਹੈ ਨਾ। ਜਿਹੜਾ ਨੁਮਾਇੰਦਾ ਸੰਗਤ ਦੀ ਛਤਰੀ ਤੋਂ ਉੱਡੇਗਾ, ਲੋਕਾਂ ਦੀ ਛਤਰੀ ਤੋਂ, ਉਹਦੇ ਅੱਖਾਂ 'ਚ ਇੱਕ ਸ਼ਰਮ ਹੋਏਗੀ ਕਿਉਂਕਿ ਉਹਨੇ ਘਰੋਂ 2 ਕਰੋੜ ਰੁਪਈਆ ਨਹੀਂ ਖਰਚਿਆ ਹੋਏਗਾ। ਅੱਜ ਜਿਹੜਾ ਬੰਦਾ 25 ਲੱਖ ਰੁਪਈਆ ਤਾਂ ਸਰਕਾਰ ਨੇ ਇੱਕ MLA ਲਈ ਨਿਰਧਾਰਿਤ ਕਰ ਦਿੱਤਾ ਹੈ ਕਿ ਉਹ ਖਰਚਾ ਕਰ ਸਕਦਾ ਹੈ, 70 ਲੱਖ ਰੁਪਈਆ ਇੱਕ ਸੰਸਦ ਮੈਂਬਰ ਲਈ ਕਰ ਦਿੱਤਾ ਹੈ। ਇਹ ਇੱਕ ਬਦਮਾਸ਼ੀ ਹੈ। ਪੋਲੀਟੀਕਲ ਸਿਸਟਮ ਨੂੰ ਤਾਰਪੀਡੋ ਕਰਨ ਅਤੇ ਲੋਕਤੰਤਰ ਨੂੰ ਖਤਮ ਕਰਨ ਵਾਸਤੇ ਇਹ ਇਹਨਾਂ ਸਰਕਾਰਾਂ ਦੀ ਜਾਂ ਪੋਲੀਟੀਕਲ ਪਾਰਟੀਆਂ ਦੀ ਇੱਕ ਸਾਜ਼ਿਸ਼ ਹੈ, ਜਿਹਦੇ ਤਹਿਤ ਵੱਖ-ਵੱਖ ਸੰਸਥਾਵਾਂ ਜਿਹੜੀਆਂ ਹੈਗੀਆਂ, ਭਾਵੇਂ ਚੋਣ ਕਮਿਸ਼ਨ ਹੈ, ਭਾਵੇਂ ਹਾਈ ਕੋਰਟਾਂ ਨੇ, ਭਾਵੇਂ ਸੁਪਰੀਮ ਕੋਰਟਾਂ ਨੇ। ਹੁਣ ਤੁਸੀਂ ਦੇਖੋ ਕਿ ਕਿੰਨੀ ਮਿਹਨਤ ਦੇ ਨਾਲ ਪਿਛਲੇ 4 ਸਾਲਾਂ ਤੋਂ ਜਿਹੜੇ ਕੁੰਵਰ ਵਿਜੇ ਪ੍ਰਤਾਪ ਜੀ ਨੇ ਉਹ ਇੱਕ ਸਿੱਟ ਕਾਇਮ ਹੋਈ। ਇੱਕ ਪਾਸੇ ਤਾਂ ਹਾਈ ਕੋਰਟ ਕਈ ਅੜੇ ਕੇਸ ਜਿਹੜੀ ਹੈਗੀ ਹੈ ਉਹ ਕੁੰਵਰ ਵਿਜੇ ਪ੍ਰਤਾਪ ਵਰਗੇ ਅਫਸਰਾਂ ਦੇ ਪੈਨਲ ਬਣਾ ਕੇ ਕਰਦੀ ਹੈ ਔਰ ਦੂਜੇ ਬੰਨੇ ਜਿਹੜਾ ਹੈਗਾ ਉਹਨਾਂ ਦੁਆਰਾ ਇੰਨੀ ਮਿਹਨਤ ਦੇ ਨਾਲ ਔਰ ਉਹਨਾਂ ਤੱਥਾਂ ਨੂੰ ਵਿਚਾਰਨ ਜਾਂ ਚੰਗੀ ਤਰ੍ਹਾਂ ਦੇਖਣ ਘੋਖਣ ਤੋਂ ਬਗੈਰ ਹੀ ਉਹਨਾਂ ਨੇ ਕਹਿਤਾ ਵੀ ਇੱਕ ਨਵੀਂ ਸਿੱਟ ਹੋਰ ਬਣਾ ਦਿਓ। ਮੈਂ ਇਸੇ ਕਰਕੇ ਸਵਾਲ ਮੇਰੇ ਮਨ 'ਚ ਵੀ ਆਉਂਦਾ ਹੈ ਵੀ ਕੀ ਤੁਹਾਨੂੰ ਲੱਗਦਾ, ਸੱਚੀ ਦੱਸਿਓ, ਵੀ ਉੱਠਣ ਦੇ ਦੇਣਗੇ ਇਹ ਲੋਕ? ਕਿਉਂਕਿ ਇਹ ਲੋਕ ਤਾਂ ਨਾ ਉਹ SIT ਜਿਹੜੀ ਆ ਉਹਨੂੰ ਨਹੀਂ ਮੰਨਿਆ ਹੈਗਾ। ਦੂਜੇ ਪਾਸੇ ਅਸੀਂ ਦੇਖਦੇ ਹਾਂ ਵੀ ਅਕਾਲੀ ਦਲ ਨੂੰ ਲੋਕ ਬਹੁਤ ਨਿੰਦਦੇ ਨੇ, ਪਰ ਅੱਜ ਵੀ ਸੁਖਬੀਰ ਸਿੰਘ ਬਾਦਲ ਜਦੋਂ ਟਿਕਟ ਦੇਣ ਲਈ ਇਕੱਠ ਕਰਦਾ ਤਾਂ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਹੋ ਜਾਂਦਾ। ਤੁਸੀਂ ਕਹਿ ਰਹੇ ਹੋ ਅਸੀਂ ਹੱਕ ਸੱਚ ਦੀ ਗੱਲ ਕਰਦੇ ਹਾਂ, ਆਪਾਂ ਜਦੋਂ ਮੀਟਿੰਗਾਂ ਦੇਖਦੇ ਹਾਂ ਤਾਂ ਲੋਕਾਂ ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਆ। ਮਤਲਬ ਇੱਦਾਂ ਸਾਲ ਤੋਂ ਘੱਟ ਦਾ ਸਮਾਂ ਹੋ ਗਿਆ, ਲੱਗਦਾ ਵੀ ਲੋਕ ਵਾਕਿਆ ਦੇ ਵਿੱਚ ਕਿਸੇ ਬੰਦੇ ਨੂੰ ਚੁਣ ਲੈਣਗੇ? ਕਿਉਂਕਿ ਹਕੀਕਤ ਤੋਂ ਅਸੀਂ ਭੱਜ ਨਹੀਂ ਸਕਦੇ ਜੋ ਸਾਨੂੰ ਅੱਜ ਗਰਾਊਂਡ ਤੇ ਨਜ਼ਰ ਆ ਰਿਹਾ। ਤੁਸੀਂ ਬਾਈ ਉੱਠਣ ਦੇਣ ਦੀ ਗੱਲ ਕੀਤੀ ਆ, ਇਹਦਾ ਜਵਾਬ ਕਿਸਾਨੀ ਅੰਦੋਲਨ 'ਚੋਂ ਮਿਲ ਚੁੱਕਿਆ, ਲਗਭਗ ਲੋਕਾਂ ਨੂੰ ਵੀ ਮਿਲ ਚੁੱਕਿਆ। ਕਿਉਂਕਿ ਕਿਸਾਨੀ ਅੰਦੋਲਨ ਤੁਸੀਂ ਦੇਖਿਆ ਕੋਈ ਸਿਆਸੀ ਬੰਦਾ ਨਹੀਂ ਲੀਡ ਕਰ ਰਿਹਾ, ਨਾ ਕੋਈ ਆਗੂ ਲੀਡ ਕਰ ਰਿਹਾ। ਕਿਸਾਨੀ ਅੰਦੋਲਨ ਲੜ ਕੌਣ ਰਹੇ ਆ? ਪੰਜਾਬ ਦੇ ਲੋਕ ਲੜ ਰਹੇ ਆ। ਸਾਰੀਆਂ ਸਿਆਸੀ ਪਾਰਟੀਆਂ ਉਹ ਚੀਜ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਹਟੀਆਂ, ਪਰ ਹੋਇਆ ਕਿਉਂ ਨਹੀਂ? ਇਹ ਆਗੂਆਂ ਕਰਕੇ ਨਹੀਂ, ਲੋਕਾਂ ਕਰਕੇ ਨਹੀਂ ਹੋਇਆ। ਅਸੀਂ ਇਹੀ ਕਹਿੰਦੇ ਕਿ ਉਸ ਅੰਦੋਲਨ ਤੋਂ ਸਿੱਖਣ ਦੀ ਬਹੁਤ ਕੁਝ ਲੋੜ ਆ। ਜਿਵੇਂ ਬਾਈ ਜੀ ਨੇ ਪਹਿਲਾਂ ਵੀ ਅੰਦਰ ਗੱਲ ਵੀ ਕੀਤੀ ਸੀ ਵੀ ਚੜੂਨੀ ਜਿਹੜਾ ਬਿਆਨ ਦੇ ਰਿਹਾ, ਚੜੂਨੀ ਨੇ ਕੀ ਆਖਿਆ ਵੀ ਅਸੀਂ ਵਿਕਦੇ ਕਿਉਂ ਨਹੀਂ, ਜਾਂ ਅਸੀਂ ਕੀ ਆ ਅਜੇ ਤੱਕ ਇਕੱਠੇ ਕਿਉਂ ਆ? ਕਿਉਂਕਿ ਲੋਕ ਸਾਡੇ ਮਗਰ ਛਿੱਤਰ ਵਾਲੇ ਆ। ਲੋਕ ਜਦੋਂ ਛਿੱਤਰ ਕਾੜਾ ਕਰ ਲੈਣ ਤਾਂ ਆਗੂ ਵਿਕ ਨਹੀਂ ਸਕਦਾ। ਦੂਸਰੀ ਗੱਲ ਜਿਹੜੀ ਤੁਸੀਂ ਇਹਨਾਂ ਪਾਰਟੀਆਂ ਦੀ ਗੱਲ ਕੀਤੀ ਆ ਬਾਈ ਜੀ, ਮੈਂ ਇੱਕ ਗੱਲ ਕਹਿਣਾ ਸੀ, ਅਕਸਰ ਗੱਲ ਕਰਦੇ ਅਸੀਂ ਬਾਬੇ ਨਾਨਕ ਨੂੰ ਮੰਨਦੇ ਹਾਂ। ਬਾਬੇ ਨਾਨਕ ਨੇ ਉਹਨਾਂ ਟਾਈਮਾਂ 'ਚ ਜਮੂਦ ਤੋੜਿਆ ਸੀ ਲੋਕਾਂ ਦਾ, ਜਿਹੜੇ ਟਾਈਮਾਂ 'ਚ ਕੀ ਆ ਪੂਰੇ ਪਰਿਵਾਰ ਨੂੰ ਬੋਲਣ ਪਿੱਛੇ ਕੋਹਲੂ ਬੀਜ ਦੀ ਪੀੜ ਦਿੰਦੇ ਸੀ, ਤੇ 815 ਸਾਲਾਂ ਦਾ ਜਮੂਦ ਬਣਿਆ ਹੋਇਆ ਸੀ ਲੁਟੇਰਿਆਂ ਦਾ, ਜਿਨ੍ਹਾਂ ਨੂੰ ਆ ਕੇ ਉਹਨਾਂ ਨੇ ਤੋੜਿਆ ਤੇ ਬਾਬਰ ਨੂੰ ਜਾਬਰ ਮੂੰਹ ਤੇ ਕੱਲਿਆਂ ਨੇ ਕਿਹਾ ਸੀ। ਅੱਜ ਪੰਜਾਬ 'ਚ ਕਿੰਨੇ ਲੋਕ ਬੋਲਣ ਵਾਲੇ ਉੱਠ ਖੜੇ? ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਦੇਖਦੇ ਹੋ ਲੋਕ ਬੋਲ ਰਹੇ ਆ। ਅਸੀਂ ਉਹਨਾਂ ਭਰਾਵਾਂ ਨੂੰ ਤੁਹਾਡੇ ਚੈਨਲ ਜ਼ਰੀਏ ਬੇਨਤੀ ਕਰਦੇ ਆ ਕਿ ਇਕੱਲਾ ਬੈਠ ਕੇ ਫੇਸਬੁੱਕ ਤੇ ਨਹੀਂ ਪੰਜਾਬ ਬਚਣਾ। ਸਾਨੂੰ ਇਕੱਲੇ ਨੂੰ ਜਿਹੜੇ ਬੋਲ ਰਹੇ ਆ ਫੇਸਬੁੱਕਾਂ ਤੇ ਜੁੜਨਾ ਵੀ ਪਊ। ਜਦੋਂ ਅਸੀਂ ਜੁੜ ਗਏ, ਇਹਨਾਂ ਦੀ ਤਾਕਤ ਨਹੀਂ ਕਿ ਸਾਡਾ ਕੁਝ ਵਿਗਾੜ ਸਕਣ। ਇਹ ਜਮੂਦ ਨਹੀਂ ਬਣਿਆ 70-72 ਸਾਲਾਂ ਤੋਂ, ਇਹਨਾਂ ਲੋਕਾਂ ਦੇ ਕੋਈ ਪੈਰ ਨਹੀਂ ਹੈ ਲਟੇਰਿਆਂ ਦੇ। ਤੇ ਜਿਹੜੇ ਤੁਸੀਂ ਗੱਲ ਕਰਦੇ ਹੋ ਅੱਜ ਵੀ ਲੋਕ ਮਗਰ ਜਾ ਰਹੇ ਆ, ਉਹ ਬਾਈ ਜੀ ਉਹੀ ਲੋਕ ਮਗਰ ਜਾ ਰਹੇ ਜਿਨ੍ਹਾਂ ਦੀ ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਇਹ ਪਿੰਡਾਂ ਵਾਲੇ ਬਾਦਲ ਕੈਪਟਨ ਨੇ, ਜਿਹੜੇ ਸਾਨੂੰ ਕੀ ਹੈ ਮਾਰਨੇ ਪੈਣਗੇ। ਉਹਨਾਂ ਦੇ ਦਿਮਾਗ 'ਚ ਇੱਕ ਗੱਲ ਵਾੜ ਨਹੀਂ ਪੂ, ਜਿਹੜੀ ਬਾਈ ਜੀ ਅਕਸਰ ਗੱਲ ਕਰਦੇ ਹੁੰਦੇ ਆ ਕਿ ਆਗੂ ਕੌਣ ਨੇ। ਆਗੂ ਵਾਸਤੇ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਸੇਧ ਦਿੱਤੀ ਹੋਈ ਆ। ਗੁਰਬਾਣੀ ਕੀ ਕਹਿੰਦੀ ਆ? ਕੂੜ ਬੋਲੇ ਮਰਦਾਰ ਖਾਏ, ਅਵਰੀ ਕੋ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸੱਥ ਹੈ, ਨਾਨਕ ਐਸਾ ਆਗੂ ਜਾਪੈ। ਹੁਣ ਜਿਹੜੇ ਲੋਕ ਉਹਨਾਂ ਨੂੰ ਕੀ ਆ ਵੋਟਾਂ ਪਾਉਣ ਵਾਸਤੇ ਜਾਂ ਉਹਨਾਂ ਮੀਟਿੰਗਾਂ ਦੇ ਵਿੱਚ ਵੱਡੀਆਂ ਕਾਨਫਰੰਸਾਂ 'ਚ ਇਕੱਠ ਕਰ ਰਹੇ ਆ, ਉਹ ਲੋਕ ਬਾਈ ਜੀ ਜਿਵੇਂ ਬਾਈ ਜੀ ਗੱਲ ਕਰਦੇ ਹੁੰਦਾ ਵੀ ਜਿਹੜਾ ਬੰਦਾ
ਲੋਕਾਂ ਦੇ ਵਿੱਚ ਖੜ ਕੇ ਗਲਤ ਮਾਕੇ ਕੀ ਅਗਵਾਈ ਕਰਦਾ ਉਹ ਆਪ ਵੀ ਠੱਗਿਆ ਜਾਂਦਾ ਤੇ ਲੋਕਾਂ ਨੂੰ ਵੀ ਠਗਾਉਂਦਾ। ਅਸੀਂ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਤੁਹਾਡੇ ਚੈਨਲ ਥਰੂ, ਕਿਉਂਕਿ ਪੁੱਤ ਉਹਨਾਂ ਦੇ ਵੀ ਬੇਰੁਜ਼ਗਾਰ ਫਿਰਦੇ ਆ, ਜਿਹੜੇ ਲੋਕ ਉੱਥੇ ਇਕੱਠ ਕਰ ਰਹੇ ਆ। ਕੜਮ ਚੌਧਰੀ ਪਿੰਡ ਵਾਲੇ ਮੈਂ ਸ਼ਬਦ ਵਰਤ ਲੈਣਾ, ਕੌੜਾ ਜ਼ਰੂਰ ਲੱਗਦਾ ਉਹਨਾਂ ਨੂੰ। ਤੇ ਉਹ ਲੋਕ ਕੀ ਆ, ਉਹੀ ਲੋਕ ਨੇ ਜਿਨ੍ਹਾਂ ਦੇ ਪੁੱਤ ਅੱਜ ਕੀ ਆ ਕੈਂਸਰ ਨਾਲ ਵੀ ਮਰ ਰਿਹਾ, ਬਾਹਰਲੇ ਮੁਲਕਾਂ 'ਚ ਜਾ ਰਹੇ ਆ ਦਿਹਾੜੀਆਂ ਕਰਨ। ਉਹ ਲੋਕ ਅਜੇ ਵੀ ਉਹਨਾਂ ਮਗਰ ਜਾ ਰਹੇ ਆ। ਮੈਂ ਕਹਿਣਾ ਦੋ ਚੀਜ਼ਾਂ ਨੇ, ਜਾਂ ਤਾਂ ਉਹਨਾਂ ਲੋਕਾਂ ਕੋਲੇ ਬਾਈ ਜੀ ਜ਼ਮੀਰ ਹੈ ਨਹੀਂ ਜਾਂ ਜ਼ਮੀਨ ਹੈ ਨਹੀਂ। ਤੇ ਬੇਨਤੀ ਕਰਦੇ ਉਹਨਾਂ ਲੋਕਾਂ ਨੂੰ ਵੀ ਤੁਹਾਡੇ ਚੈਨਲ ਥਰੂ, ਕਈ ਮੇਰੇ ਭਰਾ ਨੇ ਕੱਲ੍ਹ ਇੱਕ ਗੱਲ ਹੋਈ ਸੀ, ਉਹਨਾਂ ਨੇ ਮੈਨੂੰ ਬੇਨਤੀ ਕੀਤੀ ਯਾਰ ਤੁਸੀਂ ਸ਼ਬਦ ਬੜੇ ਕਾੜੇ ਵਰਤਦੇ ਹੋ, ਜੀ ਤਾਂ ਕਰਦਾ। ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਚੈਨਲ ਥਰੂ, ਉਹ ਲੋਕਾਂ ਦੇ ਦਿਮਾਗ 'ਚੋਂ ਜਿੱਦੇ ਬਾਦਲ ਕੈਪਟਨ ਮਰ ਗਏ, ਇਹ ਤਾਂ ਹਲੇ ਆਪੇ ਹੀ ਮਰ ਜਾਣਗੇ। ਜਿਵੇਂ ਆਪਾਂ ਗੱਲ ਕਰਦੇ ਹੋ ਨਾ, ਪਿੰਡਾਂ ਵਾਲੇ ਬਾਦਲ ਕੈਪਟਨ ਸਾਨੂੰ ਕੀ ਖਤਮ ਕਰਨੇ ਪੈਣਗੇ, ਉਹਨਾਂ ਦੇ ਸਿਰ ਤੇ ਸਾਡੇ ਸਿਰ ਤੇ ਤਾਂ ਹਲੇ ਰਾਜ ਕਰੀ ਜਾਂਦੇ ਆ। ਪਰ ਲੋਕ ਅੱਜ ਜਾਗੇ ਹੋਏ ਆ, ਜਮੂਦ ਟੁੱਟ ਚੁੱਕਿਆ ਇਹਨਾਂ ਦਾ। ਅਸੀਂ ਇਹ ਸਫ਼ਰ ਬਾਈ ਜੀ 29 ਮਾਰਚ ਨੂੰ ਸ਼ੁਰੂ ਕਰਨਾ ਸੀ ਪਿਛਲੇ ਸਾਲ, ਪਰ ਸਾਨੂੰ ਕੁਦਰਤ ਨੇ ਵਰਤਾਰਾ ਦੇਖੋ ਵਾਪਰਿਆ। ਦੋ ਚੀਜ਼ਾਂ ਕੁਦਰਤ ਨੇ ਵਰਤਾਈਆਂ। ਪਹਿਲੀ ਕੀ ਆ, ਕਰੋਨਾ ਆਇਆ। ਕਰੋਨਾ ਨੇ ਲੋਕਾਂ ਦਾ ਗੈਪ ਬਣਾਤਾ। ਇਹਨਾਂ ਨਾਲੋਂ ਕੋਈ ਲੀਡਰ ਨਹੀਂ ਆ ਕੇ ਖੜਾ, ਲੋਕਾਂ ਨੂੰ ਪਤਾ ਲੱਗ ਗਿਆ ਕਿ ਕੀ ਆ, ਜਦੋਂ ਵਿਪਤਾ ਪੈਂਦੀ ਆ ਭਾਈਚਾਰਾ ਕੰਮ ਆਉਂਦਾ, ਕੋਈ ਲੀਡਰ ਕੰਮ ਨਹੀਂ ਆਉਂਦਾ। ਫਿਰ ਦੂਸਰਾ ਕੀ ਆ, ਕਿਸਾਨੀ ਬਿੱਲ ਆ ਗਏ ਜਿਹਨੇ ਲੋਕਾਂ 'ਚ ਨਫ਼ਰਤ ਪੈਦਾ ਕਰਤੀ। ਇਹ ਕੁਦਰਤ ਨੇ ਹਾਲਾਤ ਸਿਰਜੇ ਆ, ਠੀਕ ਹੈ ਨਾ। ਉਹੀ ਬਾਈ ਜੀ ਗੱਲ ਕਰਦੇ ਸੀ ਕਿ ਕੁਦਰਤ ਨੇ ਹਾਲਾਤ ਸਿਰਜਤੇ। ਸਾਡਾ ਕੰਮ ਸਿਰਫ ਇੰਨਾ ਕਿ ਜਿਹੜੇ ਜਾਗੇ ਹੋਏ ਲੋਕਾਂ ਉਹਨਾਂ ਨੂੰ ਲਾਮਬੰਦ ਕਰੀਏ। ਤੇ ਜਿਹੜਾ ਕਿ ਇਸ ਮੌਕੇ ਦਾ ਫਾਇਦਾ, ਜਿਵੇਂ ਪਹਿਲਾਂ ਵੀ ਲੋਕ ਉਠਾਉਂਦੇ ਰਹੇ ਆ, ਜਿਵੇਂ ਮੈਂ ਅਕਸਰ ਗੱਲ ਕਰਦਾ ਹੁੰਦਾ, 3 ਇਨਕਲਾਬ ਮੈਂ ਸੁਰਤ 'ਚ ਦੇਖ ਲਏ, ਤਿੰਨੇ ਫੇਲ ਕਿਉਂ ਹੋਏ? ਕਿਉਂਕਿ ਮੌਕਾ ਪ੍ਰਸਤ ਲੋਕਾਂ ਨੇ ਫਾਇਦਾ ਉਠਾਇਆ। ਜਿਵੇਂ ਰਾਮੂ ਵਾਲੀ ਆਇਆ ਸੀ, ਫਿਰ PPP ਮਨਪ੍ਰੀਤ ਬਾਦਲ ਲੈ ਕੇ ਆਇਆ, ਫਿਰ ਕੀ ਆਮ ਆਦਮੀ ਪਾਰਟੀ ਆਈ, ਪਰ ਉਹ ਤਿੰਨਾਂ ਦੇ ਵਿੱਚ ਲੋਕ ਜਾਗੇ ਨਹੀਂ ਸੀ। ਮੇਰਾ ਸਵਾਲ ਨਾ ਅਗਲਾ ਆਮ ਆਦਮੀ ਪਾਰਟੀ ਤੇ ਆਉਣਾ ਸੀਗਾ ਵੀ ਲੋਕ ਕਹਿੰਦੇ ਨੇ, ਤੇ ਆਮ ਆਦਮੀ ਪਾਰਟੀ ਵੀ ਕਹਿੰਦੀ ਆ ਵੀ ਯਾਰ ਸਾਨੂੰ ਇੱਕ ਮੌਕਾ ਦੇ ਕੇ ਦੇਖ ਲਓ ਨਾ, ਤੁਸੀਂ ਬਹੁਤ ਲਟਾਈ ਕਰਾ ਲਈ ਆ ਦੂਜੀਆਂ ਪਾਰਟੀਆਂ ਤੋਂ, ਹਰਜ ਵੀ ਕੀ ਆ ਵੀ ਇੱਕ ਮੌਕਾ ਜੇ ਆਮ ਆਦਮੀ ਪਾਰਟੀ ਨੂੰ ਦਿੱਤਾ ਜਾਵੇ। ਦੇਖੋ, ਸਵਾਲ ਇਹ ਹੈ ਕਿ ਜਿਸ ਬੰਦੇ ਨੂੰ 3 ਵੀਲਰ ਨਾ ਚਲਾਉਣਾ ਆਉਂਦਾ ਹੋਵੇ, ਉਹਨੂੰ ਮਰਸਡੀਜ਼ ਬੱਸ ਕਦੇ ਨਹੀਂ ਫੜਾਉਣੀ ਚਾਹੀਦੀ। 2014 ਦੇ ਵਿੱਚ ਆਮ ਆਦਮੀ ਪਾਰਟੀ ਨੂੰ 4 ਮੈਂਬਰ ਪਾਰਲੀਮੈਂਟ ਦੀਆਂ ਸੀਟਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ। ਪੂਰੇ ਦੇਸ਼ ਦੇ ਵਿੱਚ ਕਿਤੋਂ ਵੀ ਇੱਕ ਸੀਟ ਨਹੀਂ ਮਿਲੀ MP ਦੀ। ਹੁਣ ਸਵਾਲ ਇਹ ਹੈ ਕਿ ਮੈਨੂੰ ਤੁਸੀਂ ਉਹਨਾਂ 4 MPਆਂ ਦੀ ਇਕੱਠਿਆਂ ਦੀ ਇੱਕ ਫੋਟੋ ਵਿਖਾ ਦਿਓ। ਜਿਹੜਾ ਨੇਤਾ ਉਹਨਾਂ 4 ਨੂੰ ਇਕੱਠੇ ਨਹੀਂ ਰੱਖ ਸਕਿਆ, ਜਦੋਂ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਉਹਨਾਂ 4 ਬੰਦਿਆਂ ਨੂੰ ਸਿਰ ਦਾ ਤਾਜ ਬਣਾਉਣਾ ਚਾਹੀਦਾ ਸੀ। ਕਿਉਂਕਿ ਦਿੱਲੀ ਦੀ ਜਿਹੜੀ ਸਰਕਾਰ ਬਣੀ ਹੈ ਉਹ NRI ਭਰਾਵਾਂ ਦੀ ਬਦੌਲਤ ਬਣੀ ਹੈ। ਉਹਨਾਂ ਨੇ ਆਪਣਾ ਇੱਕ ਕੀਮਤੀ ਸਮਾਂ ਤੇ ਆਪਣੀ ਨੇਕ ਕਮਾਈ ਦੇ ਵਿੱਚੋਂ ਕਰੋੜਾਂ ਰੁਪਈਆ ਜਿਹੜਾ ਸੀਗਾ ਇੱਕ ਆਸ ਦੇ ਤੌਰ ਤੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੋਂ ਦੀ ਵਾਰਿਆ। ਔਰ ਜਿਸ ਵੇਲੇ ਪੰਜਾਬ ਦੀ ਵਾਰੀ ਆਈ ਇੱਥੇ ਸਰਕਾਰ ਬਣਾਉਣ ਦੀ, ਕੀ ਤੁਸੀਂ ਇਹ ਗੱਲ ਮੰਨਦੇ ਨਹੀਂ ਕਿ ਜੇ ਟਿਕਟਾਂ ਨਾ ਵੇਚੀਆਂ ਜਾਂਦੀਆਂ, ਜੇ ਕੁਝ ਲੋਕਾਂ ਨੂੰ ਨਾਲ ਲੈ ਲਿਆ ਜਾਂਦਾ, ਜਿਸ ਤਰ੍ਹਾਂ ਨਵਜੋਤ ਸਿੱਧੂ ਸੀ, ਪ੍ਰਗਟ ਸਿੰਘ ਸੀ, ਇਹਨਾਂ ਬੰਦਿਆਂ ਨੂੰ ਨਾਲ ਲੈ ਲਿਆ ਜਾਂਦਾ, ਆਪਦੀ ਹਉਮੈ ਜਿਹੜੀ ਸੀਗੀ ਉਹ ਅੱਗੇ ਨਾ ਲਾਈ ਜਾਂਦੀ, ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ। ਜੇ ਹੁਣ ਨਵਜੋਤ ਸਿੱਧੂ ਨੂੰ ਨਾਲ ਲੈਂਦੇ ਨੇ, ਤੁਸੀਂ ਸਮਰਥਨ ਕਰੋਗੇ? ਸਵਾਲ ਹੀ ਨਹੀਂ ਉੱਠਦਾ। ਮੈਂ ਪਹਿਲਾਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਉੱਥੇ ਹੀ ਫਿਰ ਤੁਹਾਨੂੰ ਲੈ ਕੇ ਆਉਣਾ ਹੈ ਕਿ ਅਸੀਂ ਇਹਨਾਂ ਸਾਰਿਆਂ ਦੇ ਮੂੰਹਾਂ ਵੱਲ ਦੇਖ ਕੇ, ਇਹਨਾਂ ਦੇ ਕੋਲੇ ਜਾ ਕੇ, ਅਸੀਂ ਆਮ ਸਧਾਰਨ ਵਿਅਕਤੀ ਹਾਂ, ਅਸੀਂ ਮਜਬੂਰ ਹੋ ਕੇ ਉੱਠੇ ਹਾਂ। ਅਸੀਂ ਹੁਣ ਇਹਨਾਂ ਤੇ ਦੇਖੋ, ਤੁਸੀਂ ਕਹਿ ਰਹੇ ਹੋ ਇਹਨਾਂ ਨੂੰ ਇੱਕ ਮੌਕਾ ਦੇ ਦਿਓ। ਕੀ ਪੰਜਾਬ ਪ੍ਰੈਕਟੀਕਲ ਵਾਸਤੇ ਰੱਖਿਆ? ਮੈਂ ਨਹੀਂ ਕਹਿ ਰਿਹਾ, ਅਸਲ 'ਚ ਉਹ ਕਹਿ ਰਹੇ ਨੇ ਕਿ ਸਾਨੂੰ ਵੀ ਇੱਕ ਮੌਕਾ ਦੇ ਦਿਓ। ਚਲੋ ਉਹਨਾਂ ਨੂੰ ਹੀ ਮੈਂ ਪੁੱਛਦਾ ਕਿ ਕੀ ਪੰਜਾਬ ਤਜਰਬੇ ਕਰਨ ਵਾਸਤੇ ਰੱਖਿਆ? ਅੱਜ ਸੂਬੇ ਦੀ ਹਾਲਤ ਕੀ ਹੈ? ਸੂਬੇ ਦੀ ਕਮਾਈ ਤੋਂ 5 ਗੁਣਾ ਵੱਧ ਕਰਜ਼ਾ ਹੈ। ਸੂਬੇ ਦੀ ਕਮਾਈ ਜਿਹੜੀ ਹੈਗੀ ਆ ਉਹਦੇ ਨਾਲੋਂ 5 ਗੁਣਾ ਵੱਧ ਕਰਜ਼ਾ ਹੈ, ਠੀਕ ਹੈ। ਹਰ ਰੋਜ਼ 10 ਬੰਦੇ ਖੁਦਕੁਸ਼ੀ ਕਰ ਰਹੇ ਹੈ, ਹਰ ਰੋਜ਼ 50 ਬੰਦੇ 100 ਬੰਦਾ ਪੰਜਾਬ ਛੱਡ ਕੇ ਵਿਦੇਸ਼ਾਂ 'ਚ ਜਾ ਰਿਹਾ ਹੈ। ਅਸੀਂ ਇਸ ਹਾਲਤ ਦੇ ਵਿੱਚ ਖੇਤੀ ਦਾ ਸੰਕਟ ਪੈਦਾ ਹੋ ਗਿਆ, ਕਿਉਂਕਿ ਕੇਂਦਰ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਆ ਕੈਸ਼ ਕ੍ਰੈਡਿਟ ਲਿਮਟ ਖਤਮ ਕਰੇਗੀ। ਸੋ ਸੂਬੇ ਦਾ ਅਨਾਜ ਸੰਭਾਲਣਾ ਹੈ। ਅੱਜ ਅਰਵਿੰਦ ਕੇਜਰੀਵਾਲ ਕਹਿ ਰਹੇ ਆ ਕਿ ਅਸੀਂ ਸਵਾਮੀਨਾਥਨ ਦੇ ਦਿਆਂਗੇ, ਉਹਦੀ ਰਿਪੋਰਟ ਅਨੁਸਾਰ ਖਰੀਦ ਕਰਾਂਗੇ। ਦਿੱਲੀ ਦੇ ਵਿੱਚ 9000 ਕਿਸਾਨ ਹੈ, ਪੰਜਾਬ 'ਚ 13000 ਪਿੰਡ ਹੈ, 20 ਲੱਖ ਕਿਸਾਨ ਹੈ। ਕਿਸ ਤਰ੍ਹਾਂ ਦੇ ਦਿਓਗੇ? ਸੂਬੇ ਕੋਲੇ ਤਾਂ ਆਨਾ ਨਹੀਂ ਹੈ। ਸੋ ਲੋਕ ਅਧਿਕਾਰ ਲਹਿਰ ਦੇ ਕੋਲੇ ਇੱਕ ਪੂਰੀ ਪਲੈਨਿੰਗ ਹੈ। ਖੇਤੀਬਾੜੀ ਵਿੰਗ ਜਿਹੜਾ ਹੈਗਾ ਉਹ ਬਣ ਚੁੱਕਿਆ ਹੈ। ਉਹਦੇ ਵਿੱਚ ਖੇਤੀ ਮਾਹਰ ਵੀ ਨੇ, ਉਹਦੇ 'ਚ ਆਰਥਿਕ ਮਾਹਰ ਵੀ ਨੇ, ਉਹਦੇ 'ਚ ਸਨਅਤ ਮਾਹਰ ਵੀ ਨੇ, ਉਹਦੇ 'ਚ ਮਜ਼ਦੂਰਾਂ ਦੇ ਆਗੂ ਵੀ ਹੋਣਗੇ, ਕਿਸਾਨਾਂ ਦੇ ਆਗੂ ਵੀ ਹੋਣਗੇ। ਔਰ ਪੰਜਾਬ ਦੀ ਖੇਤੀ ਕਿਸ ਤਰ੍ਹਾਂ ਬਚੇਗੀ, ਇਹ ਸਤੰਬਰ ਮਹੀਨੇ ਤੱਕ ਜਿਹੜਾ ਹੈਗਾ ਪੂਰਾ ਬਿਊਰਾ ਪੰਜਾਬ ਦੇ ਸਾਹਮਣੇ ਰੱਖਿਆ ਜਾਏਗਾ। ਔਰ ਜਿਹੜੇ ਲੋਕ ਮਾਹਰਾਂ ਦੇ ਤੌਰ ਤੇ ਇਹ ਬਿਊਰਾ ਰੱਖਣਗੇ, ਉਹਨਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਹੋਣਗੀਆਂ। ਪੰਜਾਬ ਦੇ ਲੋਕ ਉਹਨਾਂ ਤੇ ਭਰੋਸਾ ਕਰਨਗੇ। ਇਸੇ ਤਰ੍ਹਾਂ ਐਜੂਕੇਸ਼ਨ ਵਿੰਗ ਬਣੇਗਾ।
ਸੋ ਇਸੇ ਤਰ੍ਹਾਂ ਇੱਕ ਸਰਵਿਸ ਵਿੰਗ ਬਣੇਗਾ ਲੋਕਾਂ ਨੂੰ ਸਰਵਿਸ ਦੇਣ ਲਈ। ਸੋ ਲੋਕਾਂ ਦੇ ਮੂਹਰੇ ਸਵਾਲ ਇਹ ਹੈ ਕਿ ਮਾਲਕ ਤੈਅ ਕਰੇਗਾ ਮੈਂ ਨੌਕਰ ਤੋਂ ਕੀ ਲੈਣਾ। ਲੋਕ ਅਧਿਕਾਰ ਲਹਿਰ ਲੋਕਾਂ ਦੀ ਲਹਿਰ ਹੈ। ਲੋਕ ਤੈਅ ਕਰਨਗੇ ਕਿ ਅਸੀਂ ਸਰਕਾਰ ਤੋਂ ਕੀ ਲੈਣਾ। ਬਿਲਕੁਲ ਸਭ ਤੋਂ ਵੱਡਾ ਸਵਾਲ ਇਹੀ ਹੋਊਗਾ ਵੀ ਲੋਕ ਤੈਅ ਕੀ ਕਰਨਗੇ ਕਿ ਅਸੀਂ ਕਮਾਨ ਕਿਹਨੂੰ ਦੇਣੀ ਆ। ਦੇਖੋ 2022 ਦੀਆਂ ਚੋਣਾਂ ਨੂੰ ਬਹੁਤ ਮਹੀਨੇ ਪਏ ਨੇ, ਪਰ ਇਸ ਵਾਰੀ ਬਹੁਤ ਦਿਲਚਸਪ ਹੋਊਗਾ ਕਿਉਂਕਿ ਇਸ ਵਾਰੀ ਮੁੱਦੇ ਜਿਹੜੇ ਨੇ ਉਹ ਰਵਾਇਤੀ ਮੁੱਦੇ ਨਹੀਂ ਹੋਣਗੇ, ਆਮ ਗਲੀਆਂ ਨਾਲੀਆਂ ਦੀ ਗੱਲ ਨਹੀਂ ਹੋਊਗੀ। ਇਸ ਵਾਰੀ ਜਿਹੜੀ ਆ ਲੋਕਾਂ ਦੇ ਵਿੱਚ ਚੇਤਨਾ ਵੱਡੇ ਪੱਧਰ ਦੇ ਉੱਤੇ ਭਰੀ ਜਾ ਰਹੀ ਆ। ਉਹ ਚਾਹੇ ਲੋਕ ਅਧਿਕਾਰ ਲਹਿਰ ਵਾਲੇ ਹੋਣ, ਵੱਖ-ਵੱਖ ਪਾਰਟੀਆਂ ਹੋਣ, ਸੁਖਪਾਲ ਸਿੰਘ ਖਹਿਰਾ ਲੱਗੇ ਹੋਏ ਨੇ, ਲੋਕ ਬੈਂਸ ਭਰਾ ਲੱਗੇ ਹੋਏ ਨੇ, ਮਤਲਬ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪਣੀ ਜ਼ਮੀਨ ਬਣਾਈ ਬੈਠੀ ਆ। ਮੁੱਕਦੀ ਗੱਲ ਆ ਕਿ ਪੰਜਾਬ ਦੇ ਵਿੱਚ 2022 ਦੀ ਜਿਹੜੀ ਚੋਣ ਹੈ ਉਹ ਵੇਖਿਆ ਜਾ ਰਿਹਾ ਕਿ ਸਰਕਾਰ ਜਿਹੜੀ ਆ ਉਹ ਕਿਸੇ ਇੱਕ ਦੀ ਸਿੱਧਰੀ ਪੁੱਧਰੀ ਬਣਦੀ ਨਜ਼ਰ ਨਹੀਂ ਆ ਰਹੀ। ਬਹੁਤ ਦਿਲਚਸਪ ਜਿਹੜੇ ਸਾਨੂੰ ਤੱਥ ਜਿਹੜੇ ਆ ਵੇਖਣ ਨੂੰ ਮਿਲ ਸਕਦੇ ਨੇ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਤਸਵੀਰ ਜਿਹੜੀ ਆ ਉਹ ਹੋਰ ਜ਼ਿਆਦਾ ਸਾਫ਼ ਵੀ ਹੋ ਸਕਦੀ ਆ, ਹੋਰ ਜ਼ਿਆਦਾ ਧੁੰਦਲੀ ਵੀ ਹੋ ਸਕਦੀ ਆ, ਕਿਉਂਕਿ ਪੰਜਾਬ ਦੇ ਵਿੱਚ ਵੱਖ-ਵੱਖ ਲੋਕ ਜਿਹੜੇ ਨੇ ਉਹ ਸਰਕਾਰ ਬਣਾਉਣ ਦਾ, ਪਾਰਟੀਆਂ ਬਣਾਉਣ ਦਾ ਦਾਅਵਾ ਪੇਸ਼ ਕਰ ਰਹੇ ਨੇ।